ਰਿਸ਼ਤੇ ਕਿਵੇਂ ਬਣਦੇ ਨੇ, ਕਿਉਂ ਬਣਦੇ ਨੇ, ਕੀ ਇਹ ਹੁਣੇ ਬਣਨੇ ਸ਼ੁਰੂ ਹੋਏ ਨੇ ਜਾਂ ਫਿਰ ਇਹ ਪਹਿਲਾਂ ਵੀ ਸੀ, ਤਾਂ ਬਹੁਤ ਹੀ ਖੁੱਲ ਕੇ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਜਿਸ ਨਾਲੇ ਅਜਿਹੀ ਘਟਨਾ ਵਾਪਰੀ ਹੋਵੇ ਉਹਦਾ ਸਾਡਾ ਕੋਰਟ ਵੀ ਕਹਿੰਦਾ ਹੈ ਕਿ ਉਹਦੀ ਜਾਣਕਾਰੀ ਨਾ ਲੋਕਾਂ ਤੱਕ ਪਹੁੰਚੇ ਤਾਂ ਚੰਗੀ ਗੱਲ ਹੁੰਦੀ ਜੇ। ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਨਾਬਾਲਗ ਬੇਟੀਆਂ ਨਾਲ ਜਬਰੀ ਇਸ ਤਰੀਕੇ ਦੇ ਸੰਬੰਧ ਬਣਾਉਣੇ, ਮਾਰ ਦੇਣਾ, ਇਹ ਸਾਰਾ ਕੁਝ ਜਾਰੀ ਬਹੁਤ ਭਿਆਨਕ ਤਰੀਕੇ ਹੁੰਦਾ ਰਿਹਾ। ਇਸ ਸਾਰੇ ਤਬਦੀਲੀ ਦੇ ਵਿੱਚ ਮੈਂ ਜ਼ਿਕਰ ਕਰਨਾ ਚਾਹਾਂਗੀ ਜਿਗੋਲੋ ਕਲੱਬ ਦਾ। ਸ਼ਾਇਦ ਅੰਦਾਜ਼ਾ ਨਾ ਹੋਵੇ ਤਾਂ ਜਿੰਨਾ ਕੁ ਤੇਜ਼ੀ ਨਾਲ ਦੁਬਈ ਦੇ ਵਿੱਚ ਇਹ ਵੱਧ ਰਹੇ ਨੇ, ਉਨੀ ਤਗੜੀ ਤੇਜ਼ੀ ਨਾਲ ਦੁਨੀਆ ਦੇ ਵਿੱਚ ਨਾਮ ਖੱਟ ਰਿਹਾ ਜੇ ਚੰਡੀਗੜ੍ਹ। ਅੱਜ ਦੇ ਦਿਨ ਇੰਟਰਨੈਟ ਤੇ ਅਵੇਲੇਬਲ ਜੇ ਕਿ ਹਜ਼ਾਰ ਇਸ ਤਰ੍ਹਾਂ ਰੱਜੇ ਪੁੱਜੇ ਟੱਬਰਾਂ ਵਿੱਚੋਂ ਬੇਟੀਆਂ ਨੇ ਜਿਹੜੀਆਂ ਲੱਭ ਰਹੀਆਂ ਨੇ, ਜਿਹੜੀਆਂ ਕਿ ਓਪਨਲੀ ਇਸ ਚੀਜ਼ ਦੀ ਅਵੇਲੇਬਿਲਿਟੀ ਦਾ ਜ਼ਿਕਰ ਕਰਦੀਆਂ ਨੇ ਕਿ ਸਾਨੂੰ ਇਹ ਚਾਹੀਦੇ ਨੇ ਇਸ ਤਰ੍ਹਾਂ ਦੇ ਕਸਟਮਰ ਜਿੱਥੇ ਬੇਟੀਆਂ ਨੇ ਲੜਕਿਆਂ ਦੀ ਮੰਗ ਕੀਤੀ। ਉੱਥੇ ਦੀ ਪ੍ਰੋਸਟੀਟਿਊਸ਼ਨ, ਜਿਸ ਤਰੀਕੇ ਉਹ ਕਮਰੇ ਬਣਾ ਕੇ ਦਿੱਤੇ ਗਏ, ਜਿਸ ਤਰੀਕੇ ਉੱਥੇ ਸ਼ਾਮ ਨੂੰ ਆਵਾਜ਼ਾਂ ਲੱਗਦੀਆਂ ਸੀ, ਜਿਸ ਤਰੀਕੇ ਉੱਥੇ ਕਸਟਮਰ ਪਟਾਏ ਜਾਂਦੇ ਸਨ ਜਾਂ ਜੋ ਕੁਝ ਵੀ ਵਾਪਰਦਾ ਸੀ, ਇਹ ਵਰਤਾਰਾ ਉੱਥੇ ਕਈ ਵਰੇ ਚੱਲਿਆ, ਲਗਭਗ 40-45 ਵਰੇ ਤੁਰਦਾ ਰਿਹਾ। ਕੌਣ ਨੇ ਜਿਹੜੇ ਉਹਦੇ ਮੂੰਹ ਤੇ ਤੇਜ਼ਾਬ ਸੁੱਟ ਦਿੰਦੇ ਨੇ ਸਿਰਫ ਇਸ ਕਾਰਨ ਕਿ ਉਹ ਨਾ ਕਰ ਦਿੰਦੀ ਹੈ ਕਿ ਇਹ ਜਿਸ ਤਰੀਕੇ ਦਾ ਤੁਸੀਂ ਮੇਰੇ ਤੋਂ ਐਕਸਪੈਕਟ ਕਰਦੇ ਹੋ ਮੈਂ ਉਦਾਂ ਦੀ ਨਹੀਂ ਆ, ਮੇਰੀ ਵੀ ਆਪਣੀ ਮਰਜ਼ੀ ਹੈ, ਮੈਂ ਨਹੀਂ ਸਮਰਪਿਤ ਹੋਣਾ ਚਾਹੁੰਦੀ ਇਸ ਤਰ੍ਹਾਂ ਦੀ ਸੋਚ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਰੱਖਦੇ ਹਾਂ ਵੱਖੋ ਵੱਖਰੇ ਟੌਪਿਕਸ ਦਿੰਦੇ ਤੁਹਾਨੂੰ ਜਾਣਕਾਰੀ। ਉਹ ਟੌਪਿਕਸ ਸਿਹਤ ਦੇ ਨਾਲ ਰਿਲੇਟਡ ਹੁੰਦੇ ਨੇ, ਕੁਝ ਬਿਮਾਰੀਆਂ ਦੇ ਨਾਲ ਰਿਲੇਟਡ ਹੁੰਦੇ ਨੇ, ਕੁਝ ਵਧੀਆ ਗੱਲਾਂ, ਕੁਝ ਰਾਜ਼ ਦੀਆਂ ਗੱਲਾਂ ਹੁੰਦੀਆਂ ਨੇ, ਜਿਵੇਂ ਕਿ ਕੀ ਬਣਾ ਸਕਦੇ ਹੋ, ਕੀ ਖਾ ਸਕਦੇ ਹੋ, ਤੇ ਸਿਹਤ ਦੇ ਲਈ ਕਿਵੇਂ ਅਸੀਂ ਸਾਂਭ ਸੰਭਾਲ ਰੱਖ ਸਕਦੇ ਹਾਂ, ਤੇ ਕਿਹੜੀਆਂ ਚੀਜ਼ਾਂ ਨੇ ਜੋ ਸਿਹਤਮੰਦ ਸਰੀਰ ਦੇ ਲਈ ਬੇਹੱਦ ਜ਼ਰੂਰੀ ਨੇ। ਤੇ ਨਾਲ ਗੱਲਬਾਤ ਹੁੰਦੀ ਹੈ ਕੁਝ ਭਖਦੇ ਮਸਲਿਆਂ ਬਾਰੇ ਕਿ ਸਮਾਜ ਦੇ ਵਿੱਚ ਕੀ ਕੁਝ ਖਾਸ ਚੱਲ ਰਿਹਾ ਹੈ, ਉਸ ਦੇ ਨਾਲ ਰਿਲੇਟਡ ਬਹੁਤ ਸਾਰੇ ਟੌਪਿਕ ਨੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਲਏ ਜਾਂਦੇ ਨੇ। ਤੇ ਅੱਜ ਦੇ ਜੇ ਟੌਪਿਕ ਦੀ ਗੱਲ ਕੀਤੀ ਜਾਵੇ ਤਾਂ ਸਮਲਿੰਗੀ ਵਿਆਹ, ਤਾਂ ਜੋ ਇਸ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਤਾਂ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ, ਜਿਸ ਦੇ ਵਿੱਚ ਸਮਾਜ ਦੇ ਵਿੱਚ ਇੱਕ ਹਊਆ ਜਿਹਾ ਬਣਿਆ ਹੋਇਆ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਅਜਿਹੀ ਗੱਲ ਦਾ ਹੋਣਾ ਵਾਕਈ ਹਊਆ ਕ੍ਰੀਏਟ ਕਰਨ ਵਾਲੀ ਗੱਲ ਹੁੰਦੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਐਵੇਂ ਕਿਉਂ ਜਾਂ ਕਿਉਂ ਤੇ ਕਿਵੇਂ ਵਾਲੇ ਜਿਹੜੇ ਮਸਲੇ ਨੇ ਉਹ ਆਪਾਂ ਇੱਥੇ ਹੱਲ ਕਰਾਂਗੇ ਕਿ ਇਹ ਕਿਉਂ ਹੁੰਦਾ ਤੇ ਕਿਵੇਂ ਹੁੰਦਾ। ਸੋ ਸਾਰੀਆਂ ਹੀ ਗੱਲਾਂ ਤੇ ਪ੍ਰੋਪਰ ਤਰੀਕੇ ਦੇ ਨਾਲ ਦਰਸ਼ਕਾਂ ਨੂੰ ਜਾਣਕਾਰੀ ਦੇਣ ਦੇ ਲਈ ਅਕਸਰ ਪਟਿਆਲਾ ਤੋਂ ਸਾਡੇ ਨਾਲ ਜੁੜਦੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ, ਤੇ ਜਿੰਨੇ ਵੀ ਤੁਹਾਡੇ ਰਾਹੀਂ ਸੁਣ ਵੇਖ ਸਕਦੇ ਨੇ ਸਭਨਾਂ ਨੂੰ ਹੀ ਨਿੱਘੀ ਫਤਿਹ ਜੀ। ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਦੱਸਦੀ ਹੁੰਦੀ ਹਾਂ ਕਿ ਡਾਕਟਰ ਹਰਸ਼ਿੰਦਰ ਕੌਰ ਉਹ ਸ਼ਖਸੀਅਤ ਨੇ ਜਿਸ ਨੂੰ ਪੂਰੀ ਦੁਨੀਆ ਭਰ ਦੇ ਵਿੱਚ ਵਸਦੇ ਲੋਕ ਜਾਣਦੇ ਨੇ। ਇਹ ਮਾਨਮੱਤੀ ਸ਼ਖਸੀਅਤ ਉਹ ਸ਼ਖਸੀਅਤ ਹੈ ਜੋ ਔਰਤਾਂ ਦੇ ਲਈ ਆਵਾਜ਼ ਬੁਲੰਦ ਕਰਦੀ ਹੈ। ਲੜਕੀਆਂ ਦਾ ਕੋਈ ਵੀ ਮਸਲਾ ਹੋਵੇ ਉਸ ਨੂੰ ਬੇਹੱਦ ਵਧੀਆ ਤਰੀਕੇ ਦੇ ਨਾਲ ਇਹਨਾਂ ਵੱਲੋਂ ਚੁੱਕਿਆ ਜਾਂਦਾ। ਬਹੁਤ ਸਾਰੀਆਂ ਕਿਤਾਬਾਂ ਨੇ ਇਹਨਾਂ ਵੱਲੋਂ ਲਿਖੀਆਂ ਗਈਆਂ ਨੇ। ਐਸਾ ਕੋਈ ਵੀ ਮੰਚ ਨਹੀਂ ਜਿੱਥੇ ਇਹਨਾਂ ਨੂੰ ਸਨਮਾਨਿਤ ਨਾ ਕੀਤਾ ਹੋਵੇ। ਤਾਂ ਵਾਕਿਆ ਹੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਇਹ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ, ਕਿਸੇ ਟੌਪਿਕ ਤੇ ਗੱਲਬਾਤ ਕਰਦੇ ਨੇ, ਸਾਡੇ ਦਰਸ਼ਕਾਂ ਨੂੰ ਅਹਿਮ ਜਾਣਕਾਰੀ ਦਿੰਦੇ ਨੇ। ਸੋ ਸਭ ਤੋਂ ਪਹਿਲਾਂ ਅਸੀਂ ਮੈਮ ਤੁਹਾਡੇ ਤੋਂ ਕਹਾਣੀ ਸੁਣਦੇ ਹੁੰਦੇ ਹਾਂ, ਤੇ ਅੱਜ ਤੁਸੀਂ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ? ਕਹਾਣੀ ਬੜੀ ਦਰਦਨਾਕ ਹੈ। ਮੈਂ ਅਸਲ 'ਚ ਇਸ ਕਹਾਣੀ ਦੇ ਕਿਉਂਕਿ ਬਹੁਤ ਸਾਰੇ ਪੱਖ ਲੁਕਾਉਣੇ ਪੈਣਗੇ, ਅਸਲੀਅਤ ਤੇ ਮੇਰਾ ਖਿਆਲ ਹੈ ਕਿ ਇਹੋ ਜਿਹੀ ਜਿਸ ਨਾਲੇ ਅਜਿਹੀ ਘਟਨਾ ਵਾਪਰੀ ਹੋਵੇ ਉਹਦਾ ਸਾਡਾ ਕੋਰਟ ਵੀ ਕਹਿੰਦਾ ਹੈ ਕਿ ਉਹਦੀ ਜਾਣਕਾਰੀ ਨਾ ਲੋਕਾਂ ਤੱਕ ਪਹੁੰਚੇ ਤਾਂ ਚੰਗੀ ਗੱਲ ਹੁੰਦੀ ਜੇ। ਸੋ ਇੱਕ ਬੇਟੀ ਦੀ ਕਹਾਣੀ ਜੇ, ਅਸਲ ਜ਼ਿੰਦਗੀ ਦੀ ਘਟਨਾ ਜਿਹਦੇ ਵਿੱਚ ਉਹਦੀ ਮਾਂ ਦੀ ਛੋਟੇ ਹੁੰਦੇ ਹੀ ਮੌਤ ਹੋ ਚੁੱਕੀ ਸੀ, ਉਹਦੇ ਪਿਤਾ ਨੇ ਹੀ ਪਾਲਿਆ, ਤੇ ਉਹਦੀ ਰੱਤਿਕ ਮੇਲ ਜੋਲ ਤੇ ਵੀ ਬਚਪਨ ਤੋਂ ਹੀ ਕਾਫੀ ਸਖਤ ਉਹਦੇ ਤੇ ਰੋਕ ਲੱਗੀ ਹੁੰਦੀ ਸੀ ਜੀ।
ਸੋ ਇਸ ਹਾਲਤ ਵਿੱਚ ਉਹਨੂੰ ਜਿਵੇਂ ਲੱਗਦਾ ਸੀ ਕਿ ਮੈਂ ਬੰਦਸ਼ਾਂ ਦੇ ਵਿੱਚ ਆ, ਮੇਰੇ ਤੇ ਇੰਨੀਆਂ ਬੰਦਸ਼ਾਂ ਵੀ ਮੈਂ ਜਕੜੀ ਪਈ ਆ, ਮੇਰੀ ਆਜ਼ਾਦੀ ਖੋਹ ਲਈ ਗਈ ਹੈ। ਸੋ ਉਹਦੇ ਲਈ ਇੱਕ ਹਊਆ ਬਣਾ ਦਿੱਤਾ ਗਿਆ ਉਹਦੇ ਪਿਤਾ ਵੱਲੋਂ, ਜਿਵੇਂ ਦੀਆਂ ਗੱਲਾਂ ਆਲੇ ਦੁਆਲੇ ਤੋਂ ਸੁਣੀਆਂ ਜਾਂਦੀਆਂ ਸਨ ਹੂੰ। ਕਿ ਕਿਸੇ ਵੀ ਆਪਣੇ ਕਲਾਸ ਫੈਲੋ ਲੜਕੇ ਨਾਲ ਵੀ ਉਹਨੂੰ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ, ਬੜੀ ਸਖਤੀ ਨਾਲ ਮਨਾਹੀ ਕੀਤੀ ਗਈ ਸੀ। ਇੱਥੋਂ ਜੀ। ਤੱਕ ਕਿ ਘਰ ਦੇ ਜੇ ਨੌਕਰ ਵੀ ਮੇਲ ਜਿਹੜਾ ਸੀ ਰੱਖਿਆ ਹੋਇਆ, ਰੱਜੇ ਪੁੱਜੇ ਘਰੋਂ ਸੀ, ਉਹਦੇ ਨਾਲ ਵੀ ਉਹਨੂੰ ਜੇ ਕੁਛ ਗੱਲ ਇੱਕ ਅੱਧ ਮਿੰਟ ਵੀ ਲੰਬੀ ਉਹਨੂੰ ਕਰ ਲਈ ਹੁੰਦੀ ਤਾਂ ਉਹਦੇ ਤੇ ਵੀ ਕਿੰਤੂ ਪਰੰਤੂ ਉਹਦੇ ਪਿਤਾ ਵੱਲੋਂ ਸ਼ੁਰੂ ਹੋ ਜਾਂਦੀ। ਯਾਨੀ ਇਸ ਤਰੀਕੇ ਦੀ ਜਕੜਨ ਦੇ ਵਿੱਚੋਂ ਉਹ ਨਿਕਲ ਰਹੀ ਸੀ, ਜਿੱਥੇ ਇੱਕ ਦੋ ਵਾਰ ਉਹਦੇ ਪਿਤਾ ਨੇ ਸਰਪ੍ਰਾਈਜ਼ ਚੈੱਕ ਜਿਵੇਂ ਕਰੀਦਾ ਕਾਲਜ ਵਿੱਚ ਵੀ ਉਹਦੇ ਕੀਤਾ, ਜੀ। ਤਾਂ ਆਮ ਤੌਰ ਤੇ ਕਿਉਂਕਿ ਉਹਨੂੰ ਸਖਤ ਮਨਾਹੀ ਸੀ, ਉਹ ਨਹੀਂ ਸੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੀ। ਪਰ ਇੱਕ ਵਾਰ ਅਚਾਨਕ ਇਸੇ ਤਰ੍ਹਾਂ ਹੀ ਉਹਨੂੰ ਕਿਸੇ ਤੇ ਗੱਲ ਕੋਈ ਕਰਨ ਦੀ ਲੋੜ ਪੈ ਗਈ, ਕੋਈ ਕਲਾਸ ਦੀ ਕੋਈ ਸੀਗਾ ਜਿੱਥੋਂ ਉਹਨੇ ਡਿਟੇਲ ਲੈਣੀ ਸੀ ਕੁਝ ਸਬਜੈਕਟ ਵਿੱਚੋਂ, ਤੇ ਉਹਨੇ ਪੁੱਛ ਰਹੀ ਸੀ ਕਿਸੇ ਆਪਣੀ ਕਲਾਸ ਫੈਲੋ ਤੋਂ ਕਿ ਜੇ ਉਹਦੇ ਕੋਲੋਂ ਹੈ ਉਸ ਦਿਨ ਦਾ ਲੈਕਚਰ ਤਾਂ ਉਹ ਕੁਝ ਲੈਣਾ ਚਾਹੁੰਦੀ, ਉਹਦੇ ਵਿੱਚੋਂ ਡਿਟੇਲ ਸਮਝਣਾ ਚਾਹੁੰਦੀ ਜੇ। ਹੂੰ। ਇੰਨੀ ਕੁ ਗੱਲ ਕਰਦਿਆਂ ਹੀ ਵੇਖ ਲਿਆ, ਜਦੋਂ ਉਹਦੇ ਪਿਤਾ ਨੇ ਇੱਕ ਵਾਰ ਉਸੇ ਸਮੇਂ ਹੀ ਪਹੁੰਚ ਗਏ ਤਾਂ ਉਹਦਾ ਕਾਲਜ ਦੇ ਵਿੱਚ ਜਾਣਾ ਵੀ ਬੰਦ ਕਰ ਦਿੱਤਾ। ਯਾਨੀ ਉਹਨੂੰ ਇੰਨੀ ਕੁ ਸਖਤੀ ਸੀ ਉਹਦੇ ਉੱਤੇ ਕਿ ਉਹ ਇੱਕ ਤਰੀਕੇ ਘਰ ਵਿੱਚ ਤੜ ਕੇ ਹੀ ਰਹਿ ਗਈ। ਹੂੰ। ਉਹਦੇ ਕੋਲੋਂ ਫੋਨ ਮੋਬਾਈਲ ਵੀ ਖੋਹ ਲਿਆ ਗਿਆ, ਯਾਨੀ ਉਹਦੀ ਕੋਈ ਵੀ ਕਿਸੇ ਤਰੀਕੇ ਦੀ ਆਜ਼ਾਦੀ ਉਹਨੂੰ ਮਿਲੀ ਨਹੀਂ ਸੀ। ਹੁਣ ਜੀ। ਉਹਨਾਂ ਦੇ ਘਰ ਇੱਕ ਉੱਥੇ ਆਉਂਦੇ ਸਨ ਉਹਦੇ ਪਿਤਾ ਦੇ ਦੋਸਤ, ਜਿਹੜੇ ਕਾਫੀ ਉਸ ਟੱਬਰ ਦੇ ਕਲੋਜ਼ ਸਨ। ਉਸ ਬੇਟੀ ਦੀ ਯਾਨੀ ਬੜੀ ਉਹਨਾਂ ਨਾਲ ਨੇੜਤਾ, ਉਹ ਉਹਨੂੰ ਪਿਤਾ ਵਾਂਗ ਹੀ ਟਰੀਟ ਕਰਦੇ ਸਨ, ਬੜੀ ਉਹਦਾ ਖਿਆਲ ਰੱਖਣ ਕਿ ਉਹਦੇ ਹੱਕ ਦੀ ਮੈਂ ਤੇਰੀ ਗੱਲ ਪਹੁੰਚਾ ਦਿੰਨਾ ਤੇਰੇ ਪਿਤਾ ਤੱਕ, ਇਹ ਉਹ ਸਾਰਾ ਕੁਝ ਹੀ ਯਾਨੀ ਏਦਾਂ ਦਾ ਮਾਹੌਲ ਉਸ ਪਿਤਾ ਦੇ ਦੋਸਤ ਨੇ ਸਿਰਜਿਆ ਹੋਇਆ ਸੀ ਕਿ ਉਹਨੂੰ ਲੱਗਦਾ ਸੀ ਕਿ ਦਿਲ ਦੀ ਗੱਲ ਜੇ ਮੈਂ ਕਿਤੇ ਫਰੋਲ ਸਕਦੀ ਹਾਂ ਤਾਂ ਸ਼ਾਇਦ ਇਹਨਾਂ ਨਾਲ ਹੀ ਫਰੋਲ ਸਕਦੀ ਹਾਂ, ਵੀ ਇਹ ਮੇਰੇ ਪਿਤਾ ਦੇ ਮਨ ਅੰਦਰਲੀ ਗਲਤਫਹਿਮੀ ਦੂਰ ਕਰ ਸਕਣ। ਜੀ। ਸੋ ਉਹ ਇੰਨੀ ਕੁ ਨੇੜਤਾ ਜਿਵੇਂ ਉਹਨਾਂ ਨਾਲ ਉਹਨੇ ਰੱਖੀ ਹੋਈ ਸੀ ਵੀ ਕੋਈ, ਕਿਉਂਕਿ ਹੋਰ ਕੋਈ ਨਾ ਉਹਦੀ ਦੋਸਤ ਨਾ ਸਹੇਲੀ ਕੋਈ ਹੈ ਹੀ ਨਹੀਂ ਸੀ, ਉਹੀ ਸਨ ਜੋ ਘਰ ਆਉਂਦੇ ਸਨ। ਤੇ ਅਚਾਨਕ ਇਸੇ ਤਰ੍ਹਾਂ ਉਹਨੂੰ ਇੱਕ ਵਾਰ ਪਤਾ ਲੱਗਿਆ ਕਿ ਉਹਦੇ ਕੋਈ ਤਬੀਅਤ ਖਰਾਬ ਹੋਈ ਤਾਂ ਉਹਦਾ ਚੈੱਕਅਪ ਕਰਵਾਉਣ ਲਈ ਹਸਪੀਟਲ ਲੈ ਕੇ ਗਏ, ਕਾਫੀ ਉਲਟੀਆਂ ਲੱਗੀਆਂ ਸਨ। ਉੱਥੇ ਜਾ ਕੇ ਅਚਾਨਕ ਪਤਾ ਲੱਗਿਆ ਕਿ ਉਹ ਪ੍ਰੈਗਨੈਂਟ ਹੈ। ਹੂੰ। ਹੁਣ ਇਹ ਉਸ ਬੇਟੀ ਨੂੰ ਵੀ ਸਮਝ ਨਹੀਂ ਆਈ ਕਿ ਹੋਇਆ ਕੀ, ਮੇਰੇ ਨਾਲ ਵਾਪਰਿਆ ਕੀ, ਕਿਵੇਂ ਹੋਇਆ, ਕਿਸ ਤਰੀਕੇ ਹੋਇਆ, ਮੈਂ ਤਾਂ ਕਿਸੇ ਨਾਲ ਗੱਲ ਵੀ ਨਹੀਂ ਕੀਤੀ। ਯਾਨੀ ਹਾਲਤ ਇਹ ਹੋ ਗਈ ਕਿ ਉਹਦੇ ਪਿਤਾ ਨੇ ਅਮ ਜਿੰਨਾ ਕੁ ਉਹਦੇ ਤੇ ਮਾਨਸਿਕ ਤਸ਼ੱਦਦ ਢਾਇਆ ਜਾ ਸਕਦਾ ਸੀ ਉਹ ਵੀ ਢਾਇਆ, ਹੂੰ। ਤੇ ਉਹਨੂੰ ਜਬਰੀ ਘਰ ਦੇ ਹੀ ਇੱਕ ਨੌਕਰ ਦੇ ਨਾਲ ਹੀ ਵਿਆਹ ਦਿੱਤਾ ਗਿਆ, ਜਬਰੀ ਫਟਾਫਟ ਕੇ ਇਹਨੂੰ ਇੱਥੋਂ ਕੱਢੀਏ ਵੀ ਇਹਨੇ ਤਾਂ ਮੇਰਾ ਨੱਕ ਡੁਬੋ ਦਿੱਤਾ, ਇਸ ਤਰ੍ਹਾਂ ਕਹਿ ਕੇ ਇਹ ਚੀਜ਼ ਵਾਪਰੀ। ਹੂੰ। ਉਹ ਬੇਟੀ ਬੜੀ ਹੈਰਾਨ ਸੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹ ਕਿਵੇਂ ਹੋਇਆ, ਕਿਸ ਤਰ੍ਹਾਂ, ਮੈਂ ਤਾਂ ਕਿਸੇ ਨਾਲ ਕੋਈ ਸੰਬੰਧ ਰੱਖਿਆ ਹੀ ਨਹੀਂ ਕਿ ਏਦਾਂ ਵਾਪਰਿਆ ਤਾਂ ਕਿਵੇਂ ਵਾਪਰਿਆ। ਜੀ। ਜੀ। ਖੈਰ ਉਹਨੂੰ ਇਸ ਚੀਜ਼ ਦੀ ਸਮਝ ਨਹੀਂ ਆਈ, ਕਾਫੀ ਡਿਪਰੈਸ਼ਨ 'ਚ ਰਹੀ। ਉਹਨੂੰ ਕਿਉਂਕਿ ਉਹ ਜਾਣਦੀ ਸੀ ਕਿ ਮੈਂ ਕਿਸੇ ਨਾਲ ਕੋਈ ਸਰੀਰਕ ਸੰਬੰਧ ਨਹੀਂ ਬਣਾਏ, ਪਰ ਫਿਰ ਵਾਪਰਿਆ ਕਿਵੇਂ। ਹੂੰ। ਖੈਰ ਜਿਵੇਂ ਵੀ ਸਮਾਂ ਟੱਪਿਆ, ਡਿਲੀਵਰੀ ਵੀ ਹੋਈ, ਉਹ ਅੱਗੋਂ ਉਹਨੂੰ ਹੁਣ ਸੀ ਕਿ ਉਹਨੇ ਇੱਕ ਤਰੀਕੇ ਬੱਚੇ ਨੂੰ ਨਕਾਰ ਦਿੱਤਾ ਸੀ ਕਿ ਇਹ ਮੇਰਾ ਹੈ ਹੀ ਨਹੀਂ, ਮੇਰੀ ਜ਼ਿੰਦਗੀ ਤਾਂ ਤਬਾਹ ਹੈ, ਮੈਂ ਆਪ ਵੀ ਜ਼ਿੰਦਾ ਨਹੀਂ ਰਹਿਣਾ। ਸੋ ਹੂੰ। ਉਹਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਜੀ। ਇਹ ਸਾਰੇ ਵਰਤਾਰੇ ਵਿੱਚ ਅਖੀਰ ਜਿਹੜਾ ਉਹੀ ਨੌਕਰ ਜੋ ਉਸ ਘਰ ਦੇ ਜਿਸ ਦੇ ਨਾਲ ਉਹ ਵਿਆਹ ਕੇ ਇਸ ਵੇਲੇ ਪਿੰਡ ਵਿੱਚ ਰਹਿ ਰਹੀ ਸੀ, ਉਹਨੇ ਇੱਕ ਦਿਨ ਫਿਰ ਇਹ ਜਗਜ਼ਾਰ ਜੋ ਗੱਲ ਕੀਤੀ, ਜਿਸ ਤਰੀਕੇ ਉਹਨੇ ਫਿਰ ਉਸ ਬੇਟੀ ਨੇ ਸ਼ੇਅਰ ਕੀਤੀ, ਰੱਜੇ ਪੁੱਜੇ ਘਰੋਂ ਸੀ, ਫਿਰ ਉਹਦੇ DNA ਐਨਾਲਿਸਿਸ ਵੀ ਜਦੋਂ ਕਰਾਇਆ ਗਿਆ, ਯਾਨੀ ਉਹ ਗੱਲ ਸੱਚ ਵੀ ਸਾਬਤ ਹੋਈ। ਵਾਪਰਿਆ ਇਹ ਸੀ ਕਿ ਨੌਕਰ ਨੇ ਦੱਸਿਆ ਕਿ ਉਹ ਜਿਸ ਤਰੀਕੇ ਉਹਦੇ ਘਰ ਉਹ ਅੰਕਲ ਦੇ ਨਾਲ ਨੇੜਤਾ ਰੱਖਦੀ ਸੀ, ਤਾਂ ਚਾਹ ਬਣਾਉਣ ਲੱਗਿਆਂ ਜਦੋਂ ਆਉਂਦੇ ਸਨ, ਚਾਹ ਬਣਾਈ ਜਾਂਦੀ ਸੀ
ਤਾਂ ਉਹਦੇ ਵਿੱਚ ਜਦੋਂ ਇਹਨੂੰ ਦਿੱਤੀ ਜਾਂਦੀ ਸੀ ਤਾਂ ਉਹ ਜਿਹੜੇ ਆਂਦੇ ਸਨ ਉਹਦੇ ਅੰਕਲ, ਉਹੀ ਵਿੱਚ ਕੋਈ ਨਸ਼ੇ ਦੀ ਚੀਜ਼ ਪਾ ਦਿੰਦੇ ਸਨ ਚਾਹ 'ਚ, ਜਿਸ ਨਾਲ ਇਹ ਬੇਹੋਸ਼ ਹੋ ਜਾਂਦੀ ਸੀ ਤੇ ਇੱਕ ਹੂੰ। ਵਾਰ ਨਹੀਂ ਅਨੇਕ ਵਾਰ ਉਹਨਾਂ ਨੇ ਰੇਪ ਕੀਤਾ, ਜਿਸ ਸਦਕਾ ਇਹ ਚੀਜ਼ ਵਾਪਰੀ। ਤੇ ਫਿਰ ਉਹ ਬਾਅਦ ਵਿੱਚ ਡੀਐਨਏ ਰਾਹੀਂ ਵੀ ਅਲਟੀਮੇਟਲੀ ਪ੍ਰੂਵ ਹੋਇਆ, ਜਿਸ ਤੇ ਉਹਨੇ ਬੇਟੀ ਨੇ ਕੋਰਟ ਵਿੱਚੋਂ ਜਾ ਕੇ ਐਕਸੈਪਟੈਂਸ ਲਈ, ਸਭ ਕੁਝ ਹੋਇਆ। ਤੇ ਬਾਅਦ ਵਿੱਚ ਫਿਰ ਉਹਦਾ ਪਿਤਾ ਜ਼ਰੂਰ ਕਾਫੀ ਸ਼ਰਮਿੰਦਾ ਵੀ ਹੋਇਆ, ਬੜੀਆਂ ਮਾਫੀਆਂ ਵੀ ਮੰਗੀਆਂ, ਸਭ ਕੁਝ ਹੋਇਆ, ਪਰ ਗੱਲ ਇਹ ਹੈ ਕਿ ਭਾਣਾ ਤਾਂ ਵਾਪਰ ਚੁੱਕਿਆ ਸੀ। ਜੀ, ਜੀ। ਇਹ ਅਸਲ ਘਟਨਾ ਮੈਂ ਇਸ ਕਾਰਨ ਦੱਸਣੀ ਚਾਹੀ ਕਿ ਅਸੀਂ ਕਈ ਵਾਰ ਬੇਟੀਆਂ ਤੇ ਹੱਦੋਂ ਵੱਧ ਤਸ਼ੱਦਦ ਕਰ ਦਿੰਨੇ ਆ, ਰੋਕਾਂ ਲਾਉਂਦੇ ਆ, ਪਰ ਜਿਨ੍ਹਾਂ ਤੇ ਕਈ ਵਾਰ ਅਸੀਂ ਯਕੀਨ ਕਰੀ ਬੈਠੇ ਹੁੰਨੇ ਆ, ਕਿਸ ਤਰੀਕੇ ਉਹ ਸਾਡੇ ਘਰਾਂ ਵਿੱਚ ਆ ਕੇ ਇਸ ਤਰੀਕੇ ਦੇ ਬੇਟੀਆਂ ਦਾ ਤਸ਼ੱਦਦ ਉਹ ਕਰਦੇ ਨੇ, ਇਹ ਗੱਲ ਲੁਕੀ ਛਿਪੀ ਨਹੀਂ। 37 ਤੋਂ 41% ਸਾਡੇ ਘਰਾਂ ਵਿੱਚ ਹਨ ਬੇਟੀਆਂ ਜਿਹੜਾ ਸਰੀਰਕ ਸ਼ੋਸ਼ਣ। ਜੀ, ਜੀ। ਸੋ ਜੇ ਅਸੀਂ ਇਸ ਦਾ ਖਿਆਲ ਨਾ ਰੱਖਿਆ ਵੇਲੇ ਸਿਰ, ਤਾਂ ਸੱਚ ਜਾਣਿਓ ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਬੇਟੀਆਂ ਹੋਣਗੀਆਂ ਜਿਨ੍ਹਾਂ ਦੀ ਆਵਾਜ਼ ਕੋਈ ਨਹੀਂ ਬਣ ਰਿਹਾ। ਇਹ ਹੂੰ। ਬੇਟੀ ਆਪ ਹਿੰਮਤ ਕਰ ਸਕੀ, ਜਿਸ ਤਰੀਕੇ ਉਹਨੇ ਉਹਦਾ ਪਤੀ ਜੋ ਕਿ ਉਸੇ ਘਰ 'ਚ ਨੌਕਰ ਸੀ, ਪਰ ਕਿਵੇਂ ਉਹਨੇ ਵੀ ਉਸ ਦਾ ਕਾਫੀ ਖਿਆਲ ਰੱਖਿਆ, ਉਹਨੂੰ ਇਸ ਬਾਰੇ ਯਾਨੀ ਜਾਣਕਾਰੀ ਸੀ ਇਹ ਚੀਜ਼ ਵਾਪਰ ਰਹੀ ਸੀ, ਉਹਦੀ ਗੱਲ ਵੀ ਕਿਉਂ ਸੁਣੀ ਜਾਣੀ ਸੀ। ਇੱਕ ਨੌਕਰ ਦੀ ਉਹਦੇ ਤੇ ਵੀ ਲਾਂਛਣ ਲੱਗਦੇ, ਜੇ ਉਹ ਕੋਈ ਬੰਦਾ ਆਪਣੀ ਬੇਟੀ ਤੇ ਇਤਬਾਰ ਨਹੀਂ ਕਰਦਾ ਤਾਂ ਨੌਕਰ ਤੇ ਕਿਵੇਂ ਕਰਨਾ ਸੀ। ਸੋ ਮੇਰਾ ਮਕਸਦ ਅੱਜ ਇਹ ਬੜੀ ਦਰਦਨਾਕ ਗੱਲ ਸੀ ਸਾਂਝੀ ਕਰਨ ਦਾ, ਸਿਰਫ ਇਹੀ ਮਕਸਦ ਸੀ ਕਿ ਅਸੀਂ ਥੋੜਾ ਜਿਹਾ ਇਸ ਪੱਖ ਵੱਲ ਧਿਆਨ ਕਰੀਏ। ਇਸ ਤਰ੍ਹਾਂ ਦੇ ਲੋਕ ਸਗੋਂ ਜ਼ਿਆਦਾ ਖਤਰਨਾਕ ਸਾਬਤ ਹੋ ਜਾਂਦੇ ਨੇ, ਜੋ ਕਈ ਵਾਰ ਇਹ ਤਾਂ ਸਾਹਮਣੇ ਸ਼ੋਅ ਕਰਦੇ ਨੇ ਕਿ ਅਸੀਂ ਬਹੁਤ ਨੇੜੇ ਦੇ ਆ, ਪਰ ਫਿਰ ਵੀ ਆਪਣਾ ਖੂਨ ਜਿਹੜਾ ਹੈ ਉਹਦੇ ਤੇ ਥੋੜਾ ਜਿਹਾ ਵਿਸ਼ਵਾਸ ਕਰਨਾ ਸਿੱਖੀਏ, ਤਾਂ ਹੂੰ। ਆਪਾਂ ਬਿਹਤਰ ਜਿਵੇਂ ਉਹਨਾਂ ਨਾਲ ਦੋਸਤੀ ਦਾ ਸੰਬੰਧ ਰੱਖ ਲਈਏ ਆਪਣੇ ਬੱਚਿਆਂ ਨਾਲ, ਤਾਂ ਉਹ ਨਾ ਇਹੋ ਜਿਹਾ ਸ਼ਿਕਾਰ ਬਣਨ ਤੋਂ ਬਚ ਸਕਣਗੀਆਂ। ਜੀ, ਜੀ, ਬਿਲਕੁਲ। ਤਾਂ ਮੈਮ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਤੁਹਾਡੀਆਂ ਜੋ ਵੀ ਸਟਾਰਟਿੰਗ ਦੇ ਵਿੱਚ ਆਪਾਂ ਇੱਕ ਕਹਾਣੀ ਦਾ ਜਿਹੜਾ ਸਮਾਂ ਉਹ ਇਸ ਲਈ ਰੱਖਿਆ ਹੁੰਦਾ ਕਿ ਰੋਜ਼ਮਰਾ ਜ਼ਿੰਦਗੀ 'ਚੋਂ ਨਿਕਲ ਕੇ ਜਦੋਂ ਦਰਸ਼ਕਾਂ ਨੂੰ ਸਾਡੇ ਇਸ ਐਪੀਸੋਡ ਦਾ ਇੰਤਜ਼ਾਰ ਰਹਿੰਦਾ, ਤਾਂ ਉਹਨਾਂ ਨੂੰ ਆਪਣੀ ਕਹਾਣੀ ਦਾ ਵੀ ਇੰਤਜ਼ਾਰ ਰਹਿੰਦਾ ਕਿ ਅੱਜ ਸਾਡੇ ਲਈ ਨਵਾਂ ਕੀ ਹੋਏਗਾ, ਕਿਉਂਕਿ ਉਹਨਾਂ ਗੱਲਾਂ 'ਚੋਂ ਅਸਲ ਕਹਾਣੀਆਂ ਦੇ ਵਿੱਚੋਂ ਨਿਕਲ ਕੇ ਬਹੁਤ ਕੁਝ ਸਾਹਮਣੇ ਆਉਂਦਾ। ਤੁਹਾਡੀ ਗੱਲ ਬਿਲਕੁਲ ਸੱਚ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਵੇਖਦੇ ਹਾਂ ਕਿ ਅਸੀਂ ਆਪਣੀਆਂ ਧੀਆਂ ਦੇ ਲਈ ਬਹੁਤ ਚਿੰਤਿਤ ਹੁੰਦੇ ਹਾਂ। ਸਾਨੂੰ ਇਹ ਲੱਗਦਾ ਕਿ ਫਲਾਣੇ ਨਾਲ ਗੱਲ ਨਾ ਕਰਨ, ਇੱਧਰ ਜਾਣ ਨਾ, ਕਿਸੇ ਦੀ ਗੋਦੀ ਨਾ ਚੜਨ, ਕਿਸੇ ਦੇ ਨਾਲ ਖੇਡਣ ਨਾ, ਕਿਸੇ ਦੇ ਘਰ ਟਿਊਸ਼ਨ ਨਾ ਜਾਣ, ਤਾਂ ਗਰੁੱਪਬਾਜ਼ੀ ਦੇ ਵਿੱਚ ਤਾਂ ਬਿਲਕੁਲ ਵੀ ਨਾ ਪੈਣ। ਜਿੱਥੇ ਮੁੰਡੇ ਖੇਡ ਰਹੇ ਨੇ ਉੱਥੇ ਤਾਂ ਸਾਡੀ ਧੀ ਬਿਲਕੁਲ ਵੀ ਨਾ ਖੇਡੇ, ਜਿੱਥੇ 4 ਬੰਦੇ ਬੈਠੇ ਆ ਵਿਆਹ ਸ਼ਾਦੀ ਦੇ ਵਿੱਚ ਉੱਥੇ ਅਸੀਂ ਆਪਣੀ ਧੀ ਨੂੰ ਜਾਣ ਹੀ ਨਹੀਂ ਦੇਣਾ। ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਧੀ ਸੁਰੱਖਿਅਤ ਰਵੇ, ਪਰ ਅਸੀਂ ਕਈ ਵਾਰੀ ਇਹ ਭੁੱਲ ਜਾਂਦੇ ਹਾਂ ਵੀ ਜਿਹੜੇ ਘਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਸ ਘਰ ਦੇ ਵਿੱਚ ਕਿਹਦਾ ਵੱਧ ਆਉਣਾ ਜਾਣਾ, ਜਾਂ ਕੀ ਪਰਿਵਾਰ ਦੇ ਵਿੱਚੋਂ ਵੀ, ਕਿਉਂਕਿ ਤੁਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਵੀ ਅਸਲੀਅਤ ਵੀ ਲੋਕਾਂ ਦੇ ਸਾਹਮਣੇ ਰੱਖੀਆਂ ਨੇ ਕਿ ਜਦੋਂ ਘਰ ਦੇ ਵਿੱਚ ਹੀ ਸਕਾ ਬਾਪ ਆਪਣੀਆਂ ਹੱਦਾਂ ਭੁੱਲ ਜਾਂਦਾ, ਜਦੋਂ ਦਾਦੇ ਵੱਲੋਂ ਕੋਈ ਅਜਿਹੀ ਹਰਕਤ ਕੀਤੀ ਜਾਂਦੀ ਹੈ, ਚਾਚੇ ਤਾਏ ਜਾਂ ਮਾਮਿਆਂ ਵੱਲੋਂ ਕੁਝ ਅਜਿਹਾ ਕੀਤਾ ਜਾਂਦਾ, ਤਾਂ ਧੀ ਨੂੰ ਸੁਰੱਖਿਅਤ ਰੱਖਣਾ ਹਰ ਮਾਂ-ਬਾਪ ਦੀ ਜ਼ਿੰਮੇਵਾਰੀ ਹੁੰਦੀ ਆ, ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਆ। ਪਰ ਅਸੀਂ ਇੰਨਾ ਵੀ ਧੀ ਤੇ ਤਸ਼ੱਦਦ ਨਾ ਕਰ ਦਈਏ, ਇੰਨਾ ਵੀ ਕਿ ਉਹ ਇੱਕ ਘਰ ਦੇ ਵਿੱਚ ਜਾਂ ਸਾਡੇ ਹੀ ਹੁੰਦੇ ਹੋਏ ਵੀ ਇੱਕ ਘੁਟਨ ਮਹਿਸੂਸ ਕਰੇ ਕਿ ਮੈਂ ਤਾਂ ਪਤਾ ਨਹੀਂ ਇਹਨਾਂ ਦੇ ਘਰ ਜਨਮ ਲੈ ਕੇ ਕੋਈ ਵੱਡਾ ਗੁਨਾਹ ਹੀ ਕਰ ਦਿੱਤਾ, ਜੋ ਮੈਨੂੰ ਇੰਨੀ ਘੁਟਨ ਦੇ ਵਿੱਚ ਰੱਖਦੇ ਨੇ, ਜੋ ਇਹ ਮੇਰੇ ਤੇ ਇੰਨਾ ਤਸ਼ੱਦਦ ਢਾਉਂਦੇ ਨੇ। ਕਿਉਂਕਿ ਅਸੀਂ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਹੁੰਦੇ, ਸਾਨੂੰ ਇਹ ਲੱਗਦਾ ਵੀ ਸਾਡੀ ਧੀ ਨੂੰ ਕੋਈ ਪਰੇਸ਼ਾਨ ਨਾ ਕਰੇ, ਕੋਈ ਦਿੱਕਤ ਨਾ ਆਵੇ, ਤੇ ਇਹ ਸਾਡੀ ਜ਼ਿੰਮੇਵਾਰੀ ਆ। ਤਾਂ ਸਾਰਿਆਂ ਨੂੰ ਬਹੁਤ ਹੀ ਧਿਆਨ ਦੇ ਨਾਲ ਇਸ ਗੱਲ ਨੂੰ ਦਿਮਾਗ ਦੇ ਵਿੱਚ ਬਿਠਾਉਣਾ ਹੋਏਗਾ ਕਿ ਧੀ ਨੂੰ ਵੀ ਜਿਉਣ ਦਾ ਉਨਾ ਹੀ ਹੱਕ ਹੈ ਜਿੰਨਾ ਪੁੱਤ ਨੂੰ ਹੈ। ਚਿੰਤਾ ਅਸੀਂ ਪੁੱਤਾਂ ਦੀ ਵੀ ਉਨੀ ਹੀ ਕਰੀਏ, ਕਿਉਂਕਿ ਜਦੋਂ ਅਸੀਂ ਪੁੱਤ ਨੂੰ ਖੁੱਲ੍ਹ ਦੇ ਦਿੰਦੇ ਹਾਂ ਤਾਂ ਪੁੱਤ ਸਮਾਜ ਦੇ ਵਿੱਚ ਕਿੱਦਾਂ ਖਿਲਾਰੇ ਪੈਂਦੇ ਹੋਏ ਨਜ਼ਰ ਆਉਂਦੇ ਨੇ, ਉਹ ਵੀ ਸਭ ਕੁਝ ਜਗ ਜ਼ਾਹਿਰ ਹੈ। ਖੈਰ, ਮੈਂ ਸਾਰੇ ਪੁੱਤਾਂ ਦੀ ਗੱਲ ਨਹੀਂ ਕਰਦੀ। ਮਾਂ-ਬਾਪ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸਲੀਕੇ ਦੇ ਨਾਲ ਪਾਲਦੇ ਨੇ, ਬਹੁਤ ਵਧੀਆ ਤਰੱਕੀਆਂ ਵੀ ਕਰਦੇ ਨੇ, ਪਰ ਮੈਂ ਕਹਾਂਗੀ ਕਿ ਜਿੱਥੇ ਕੁਝ ਮਾਪੇ ਧੀਆਂ ਨੂੰ ਇੰਨਾ ਜ਼ਿਆਦਾ ਕਠੋਰ ਰੱਖਦੇ ਆ, ਇੰਨੀ ਜ਼ਿਆਦਾ ਸਖਤਾਈ ਦੇ ਵਿੱਚ ਰੱਖਦੇ ਆ, ਉੱਥੇ ਹੀ ਜੇ ਉਹਨਾਂ ਨੂੰ ਥੋੜ੍ਹੀ ਜਿਹੀ ਜਿਉਣ ਦੀ ਖੁੱਲ੍ਹ ਦਿੱਤੀ ਜਾਵੇ, ਉਹਨਾਂ ਨੂੰ ਵੀ ਉਸ ਹਿਸਾਬ ਨਾਲ ਸਮਝਾਇਆ ਜਾਵੇ, ਤਾਂ ਧੀਆਂ
ਬਹੁਤ ਹੀ ਪਿਆਰੀਆਂ ਹੁੰਦੀਆਂ ਨੇ। ਦੋ ਧੀਆਂ ਤਾਂ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਹੋ, ਜੋ ਤੁਹਾਨੂੰ ਹਰ ਚੀਜ਼ ਤੋਂ ਜਾਣੂ ਕਰਵਾਉਂਦੀਆਂ ਨੇ, ਨਾ ਪਰਿਵਾਰ ਨੂੰ ਵੀ ਸੰਭਾਲਦੀਆਂ ਨੇ, ਬਾਹਰ ਦਾ ਵੀ ਦੇਖਦੀਆਂ ਨੇ। ਹੁਣ ਅੱਜ ਇਸ ਸ਼ੋਅ ਦੀ ਜੇ ਗੱਲ ਕੀਤੀ ਜਾਵੇ ਨਾ, ਕਿ ਰਾਤ ਦੇ ਸਮੇਂ ਬੈਠ ਕੇ ਅਸੀਂ ਇਸ ਪ੍ਰੋਗਰਾਮ ਨੂੰ ਸ਼ੂਟ ਕਰ ਰਹੇ ਹਾਂ, ਤਾਂ ਡਾਕਟਰ ਸਾਹਿਬ ਦੀ ਜੇ ਗੱਲ ਕੀਤੀ ਜਾਵੇ, ਪੂਰਾ ਦਿਨ ਐਮਰਜੈਂਸੀ ਦੀ ਡਿਊਟੀ ਕਰਕੇ, ਤਾਂ ਸ਼ਾਇਦ ਇੱਕ ਅੱਧਾ ਕੋਈ ਹੋਰ ਪ੍ਰੋਗਰਾਮ ਵੀ ਕੀਤਾ ਹੋਏਗਾ, ਤਾਂ ਉਸ ਦੇ ਵਿੱਚੋਂ ਸਮੇਂ ਚੋਂ ਸਮਾਂ ਕੱਢ ਕੇ ਅਸੀਂ ਇਹ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ। ਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੋ ਧੀਆਂ ਦੇ ਮੋਢਿਆਂ ਤੇ ਹੁੰਦੀਆਂ ਨੇ, ਤੇ ਜੋ ਚੱਕਦੀਆਂ ਨੇ ਪਰ ਫਿਰ ਵੀ ਸੀ ਨਹੀਂ ਕਰਦੀਆਂ, ਫਿਰ ਵੀ ਸਕਰੀਨ ਤੇ ਸਮਾਈਲ ਦੇ ਨਾਲ ਤੁਹਾਡੇ ਸਾਹਮਣੇ ਬੈਠੇ ਹੋਏ ਆ, ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ। ਇਸ ਲਈ ਹੱਥ ਮੰਨ ਕੇ ਬੇਨਤੀ ਹੈ ਕਿ ਧੀਆਂ ਨੂੰ ਵੀ ਮੌਕਾ ਜ਼ਰੂਰ ਦਿਓ, ਇੰਨਾ ਉਹਨਾਂ ਤੇ ਕਸਾਵ ਨਾ ਰੱਖੋ ਕਿ ਉਹਨਾਂ ਦਾ ਦਮ ਘੁੱਟਣਾ ਜਿਹੜਾ ਉਹ ਸ਼ੁਰੂ ਹੋ ਜਾਵੇ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਵੀ ਅਸੀਂ ਇਸ ਹਿਸਾਬ ਦੇ ਨਾਲ ਹੀ ਰੱਖਿਆ ਹੋਇਆ, ਕਿਉਂਕਿ ਪਿਛਲੇ ਹਫਤੇ ਤੋਂ ਹੀ ਅਸੀਂ ਸੋਚ ਰਹੇ ਸੀ ਕਿ ਇਸ ਪ੍ਰੋਗਰਾਮ ਤੇ ਗੱਲਬਾਤ ਕੀਤੀ ਜਾਵੇ। ਕੁਝ ਸਮਾਂ ਪਹਿਲਾਂ, ਸਾਲ ਡੇਢ ਸਾਲ ਪਹਿਲਾਂ ਇਸ ਟੌਪਿਕ ਤੇ ਗੱਲ ਜ਼ਰੂਰ ਹੋਈ ਸੀ, ਪਰ ਹੁਣ ਵੀ ਕੁਝ ਸਮਾਜ 'ਚ ਅਜਿਹੀਆਂ ਖਬਰਾਂ ਆ ਰਹੀਆਂ ਨੇ ਜਿਸ ਬਾਰੇ ਗੱਲਬਾਤ ਕਰਨੀ ਜ਼ਰੂਰ ਬਣਦੀ ਹੈ, ਕਿਉਂਕਿ ਬਹੁਤ ਸਾਰੀਆਂ ਲੀਡਰਸ ਨੇ ਜਿਨ੍ਹਾਂ ਦੀਆਂ ਫਿਲਮਸ ਕਈ ਲੀਕ ਹੋ ਰਹੀਆਂ ਨੇ, ਜਾਂ ਬਹੁਤ ਸਾਰੀਆਂ ਹੋਰ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਜਿਸ ਦਾ ਸਮਾਜ ਦੇ ਵਿੱਚ ਇੱਕ ਵਾਰ ਫਿਰ ਤੋਂ ਹਊਆ ਬਣ ਗਿਆ। ਸਮਲਿੰਗੀ ਵਿਆਹ ਹੋਣੇ ਸ਼ੁਰੂ ਹੋ ਗਏ ਨੇ, ਰਿਲੇਸ਼ਨ ਬਣਨੇ ਸ਼ੁਰੂ ਹੋ ਗਏ ਨੇ। ਕੀ ਹੁੰਦਾ, ਕਿਉਂ ਹੁੰਦਾ, ਆਖਿਰ ਇਹ ਕਈਆਂ ਨੂੰ ਤਾਂ ਇਹ ਲੱਗਦਾ ਵੀ ਆਖਿਰ ਇਹ ਹੁੰਦਾ ਕੀ ਹੈ। ਤਾਂ ਉਹਨਾਂ ਸਾਰਿਆਂ ਬਾਰੇ ਅੱਜ ਖੁੱਲ੍ਹ ਕੇ ਵਿਚਾਰ ਚਰਚਾ ਹੋਏਗੀ। ਤਾਂ ਮੈਮ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ ਕਿ ਜਿਸ ਤਰੀਕੇ ਦਾ ਅਸੀਂ ਸਰੀਰਕ ਸੰਬੰਧਾਂ ਨੂੰ ਇੱਕ ਹਊਆ ਬਣਾ ਕੇ ਪੇਸ਼ ਕਰਦੇ ਹਾਂ, ਹੂੰ ਉਹ ਇਸ ਤਰੀਕੇ ਦੀ ਉਹਨੂੰ ਚਸਕੇ ਲੈ ਕੇ, ਮੈਂ ਸ਼ਬਦ ਇਹੋ ਵਰਤਣਾ ਚਾਹੁੰਦੀ ਹਾਂ ਕਿ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਵੱਲ ਉਂਗਲਾਂ ਜਦੋਂ ਆਉਂਦੀਆਂ ਨੇ ਚਾਰ, ਉਹਨਾਂ ਨੂੰ ਕਿਤੇ ਅਣਦੇਖਾ ਕਰ ਦਿੰਦੇ ਆ। ਜੀ। ਗੱਲ ਜੋ ਅੱਜ ਦੀ ਕਹਾਣੀ ਸ਼ੁਰੂ ਹੋਈ ਤੇ ਜਿਸ ਤਰੀਕੇ ਵਿਸਥਾਰ ਨਾਲ ਤੁਸੀਂ ਵੀ ਗੱਲ ਸਾਂਝੀ ਕੀਤੀ ਹੈ, ਇਹ ਵਰਤਾਰਾ ਚੁਫੇਰੇ ਜੇ, ਤੇ ਅੱਜ ਤੋਂ ਨਹੀਂ। ਜੇ ਤੁਸੀਂ ਸਾਡੇ ਹੀ ਆਪਣੇ ਮੁਲਕ ਵਿੱਚ ਅਸੀਂ ਝਾਤ ਮਾਰਨੀ ਹੋਏ ਤਾਂ ਪੁਰਾਣੇ ਸਮਿਆਂ ਦੇ ਮੰਦਿਰਾਂ ਵਿੱਚ ਵੀ ਜੇ ਝਾਤ ਮਾਰੋਗੇ ਨਾ, 8ਵੀਂ 9ਵੀਂ ਸਦੀ ਤੱਕ ਤੋਂ ਜੋ ਵੀ ਲੱਭਦੇ ਨੇ, ਵੇਖੋ ਨਾ, ਇਸ ਤੋਂ ਉੱਚੀ ਕੋਈ ਸੁੱਚੀ ਥਾਂ ਕੀ ਅਸੀਂ ਮੰਨ ਸਕਦੇ ਹਾਂ ਕਿ ਜਿੱਥੇ ਅਸੀਂ ਰੱਬ ਨੂੰ ਧਿਆਉਂਦੇ ਆ, ਆਪਣੇ ਆਪ ਨੂੰ ਸਮਰਪਿਤ ਕਰਦੇ ਆ। ਸਾਡੇ ਲਈ ਸਭ ਤੋਂ ਉਸ ਤੋਂ ਮੇਰਾ ਖਿਆਲ ਉਤਾਂਹ ਵਾਲੀ ਕੋਈ ਥਾਂ ਹੈ ਹੀ ਨਹੀਂ। ਬਿਲਕੁਲ। ਜੇ ਉਹਨਾਂ ਥਾਵਾਂ ਉੱਤੇ ਉਹਨਾਂ ਸਮਿਆਂ ਵਿੱਚ ਸਾਡੇ ਹੀ ਵੱਡੇ ਵਡੇਰੇ ਇੰਨੇ ਜਾਗਰੂਕ ਸਨ ਤੇ ਉਹ ਇਹਨਾਂ ਸੰਬੰਧਾਂ ਨੂੰ ਇੰਨਾ ਕੁ ਆਮ ਗਿਣਦੇ ਸਨ ਕਿ ਨਾ ਸਿਰਫ ਉਹ ਮਰਦ ਤੇ ਔਰਤ ਦੇ, ਬਲਕਿ ਮਰਦ ਦੇ ਮਰਦ ਨਾਲ, ਔਰਤ ਦੇ ਔਰਤ ਨਾਲ, ਜਾਂ ਜਾਨਵਰਾਂ ਨਾਲ, ਜਾਂ ਸਮੂਹਕ ਜਿਸ ਤਰੀਕੇ ਦੀਆਂ ਇਹੋ ਜਿਹੀਆਂ ਵੱਖੋ ਵੱਖਰੀਆਂ ਕਿਸਮ ਦੀਆਂ ਜੋ ਮੂਰਤੀਆਂ ਉਕਰੀਆਂ ਹੋਈਆਂ ਨੇ ਪੱਥਰਾਂ ਦੇ ਵਿੱਚ, ਬਹੁਤ ਕੁਝ ਸਪਸ਼ਟ ਕਰ ਦਿੰਦੀਆਂ ਨੇ, ਉਹਨੂੰ ਕਹਿਣ ਦੀ ਲੋੜ ਨਹੀਂ ਹੁੰਦੀ। ਪਰ ਕਿਸ ਤਰੀਕੇ ਦੀ ਉਦੋਂ ਹੁਣ ਤੱਕ ਤੋਂ ਜਿਵੇਂ ਦਾ ਫਿਰ ਬਹੁਤ ਜ਼ਿਆਦਾ ਸਾਰਾ ਕੁਝ ਅੰਦਰ ਖਾਤੇ ਹੋਣ ਲੱਗ ਗਿਆ। ਇਹ ਨਹੀਂ ਸੀ ਕਿ ਇਹ ਚੀਜ਼ਾਂ ਖਤਮ ਹੋ ਗਈਆਂ, ਸਭ ਕੁਝ ਚੱਲਦਾ ਰਿਹਾ। ਸ਼ਾਇਦ ਉਸ ਤੋਂ ਕਿਤੇ ਵੱਧ ਘਿਣਾਉਣੇ ਤਰੀਕੇ ਚੱਲਦਾ ਰਿਹਾ, ਜਿਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਨਾਬਾਲਗ ਬੇਟੀਆਂ ਨਾਲ ਜਬਰੀ ਇਸ ਤਰੀਕੇ ਦੇ ਸੰਬੰਧ ਬਣਾਉਣੇ, ਮਾਰ ਦੇਣਾ, ਇਹ ਸਾਰਾ ਕੁਝ ਜਾਰੀ ਬਹੁਤ ਭਿਆਨਕ ਤਰੀਕੇ ਹੁੰਦਾ ਰਿਹਾ। ਤੋਂ ਵਰਤਾਰਾ ਕਿਵੇਂ ਤਬਦੀਲ ਹੋਇਆ ਜੀ, ਕਿ ਜਿਸ ਨੂੰ ਸਮਾਜ ਨੇ, ਸਮਾਜ ਬਣਾਉਣ ਵਾਲੇ ਕੌਣ ਨੇ? ਉਹ ਸਮਾਜ ਦੇ ਠੇਕੇਦਾਰ ਜਿਨ੍ਹਾਂ ਨੇ ਆਪਣੇ ਹਿਸਾਬ ਨਾਲ ਫੈਸਲਾ ਲਿਆ ਕਿ ਨਹੀਂ, ਅਸੀਂ ਇਸ ਤਰ੍ਹਾਂ ਦੇ ਸੰਬੰਧ ਨੂੰ ਨਾਰਮਲ ਗਿਣਦੇ ਹਾਂ, ਪਰ ਬਾਕੀ ਵਰਤਾਰਾ ਜਾਰੀ ਰਹਿਣਾ ਚਾਹੀਦਾ ਪਰਦੇ ਦੇ ਓਲੇ। ਕਹਿਣ ਦਾ ਭਾਵੇਂ ਕਿ ਕੀ ਪ੍ਰੋਸਟੀਟਿਊਸ਼ਨ ਖਤਮ ਹੋਈ? ਕਦੇ ਵੀ ਨਹੀਂ, ਕਿਸੇ ਵੀ ਥਾਂ ਤੇ ਨਹੀਂ। ਜਿੱਥੇ ਸਖਤ ਤੋਂ ਸਖਤ ਵੀ ਰੋਕ ਲੱਗੀ ਹੋਈ ਸੀ, ਉਹਨਾਂ ਥਾਵਾਂ ਤੇ ਵੀ ਜਾਰੀ ਸੀ। ਮਨੁੱਖੀ ਤਸਕਰੀ ਵਿੱਚ ਕਦੇ ਕਮੀ ਨਹੀਂ ਹੋਈ, ਬਲਕਿ ਸਗੋਂ ਦੇ ਵਿੱਚ ਵਾਧਾ ਇਸ ਕਰਕੇ ਹੋਇਆ ਕਿ ਨਾ ਅਸੀਂ ਨਾਬਾਲਗ ਬੇਟੀਆਂ, ਬਲਕਿ ਬੇਟਿਆਂ ਨੂੰ ਵੱਡੀ ਪੱਧਰ ਤੇ ਇਸੇ ਤਰੀਕੇ ਅਸੀਂ ਤਸਕਰੀ 'ਚ ਸ਼ਾਮਲ ਕਰ ਲਿਆ ਜੀ। ਹੁਣ ਇਸ ਸਾਰੇ ਤਬਦੀਲੀ ਦੇ ਵਿੱਚ ਮੈਂ ਜ਼ਿਕਰ ਕਰਨਾ ਚਾਹਾਂਗੀ ਜਿਗੋਲੋ ਕਲੱਬ ਦਾ। ਸ਼ਾਇਦ ਅੰਦਾਜ਼ਾ ਨਾ ਹੋਵੇ ਤਾਂ ਜਿੰਨਾ ਕੁ ਤੇਜ਼ੀ ਨਾਲ ਦੁਬਈ ਦੇ ਵਿੱਚ ਇਹ ਵੱਧ ਰਹੇ ਨੇ, ਓਨੀ ਤਗੜੀ ਤੇਜ਼ੀ ਨਾਲ ਦੁਨੀਆ ਦੇ ਵਿੱਚ ਨਾਮ ਖੱਟ ਰਿਹਾ ਜੇ ਚੰਡੀਗੜ੍ਹ ਜੀ। ਇੰਟਰਨੈਟ ਫਰੋਲਿਓ ਤੁਹਾਨੂੰ ਸਮਝ ਆ ਜਾਏਗੀ, ਜਿੱਥੇ ਅੱਜ ਦੀ ਦਿਹਾੜੀ ਦੇ ਵਿੱਚ ਵੀ ਬੜੀ ਓਪਨਲੀ ਇਹ ਚੀਜ਼ ਸਾਡੇ ਸਾਹਮਣੇ ਆ ਰਹੀ ਹੈ। ਅਵੇਲੇਬਿਲਿਟੀ ਉਸੇ ਤਰ੍ਹਾਂ ਪਈ ਜੇ, ਜਿੱਥੇ ਨਾਬਾਲਗ ਸਾਡੇ ਬੇਟੇ ਤੇ ਬੇਟੀਆਂ ਇਸ ਗਰੁੱਪ ਵਿੱਚ ਸ਼ਾਮਲ ਹੋ ਰਹੇ ਹੋਣ ਤੇ ਮਾਪੇ ਹੱਥ ਹਿਲਾ ਹਿਲਾ ਕੇ ਕਹਿਣ ਕਿਉਂ ਜੀ, ਕਿਵੇਂ ਜੀ, ਕਿੱਥੇ ਜੀ, ਇਹੋ ਜਿਹਾ ਵਰਤਾਰਾ ਹੀ ਨਹੀਂ ਹੈ।
ਉਹੀ ਜੀਆਂ ਚੀਜ਼ਾਂ ਦੇ ਵਿੱਚ ਮੇਰਾ ਖਿਆਲ ਹੈ ਜਾਣਕਾਰੀ ਜ਼ਰੂਰੀ ਜੇ, ਜਿੱਥੇ ਅੱਜ ਦੇ ਦਿਨ ਇੰਟਰਨੈਟ ਤੇ ਅਵੇਲੇਬਲ ਜੇ ਕਿ ਹਜ਼ਾਰ ਇਸ ਤਰ੍ਹਾਂ ਰੱਜੇ ਪੁੱਜੇ ਟੱਬਰਾਂ ਵਿੱਚੋਂ ਬੇਟੀਆਂ ਨੇ ਜਿਹੜੀਆਂ ਲੱਭ ਰਹੀਆਂ ਨੇ, ਜਿਹੜੀਆਂ ਕਿ ਓਪਨਲੀ ਇਸ ਚੀਜ਼ ਦੀ ਅਵੇਲੇਬਿਲਿਟੀ ਦਾ ਜ਼ਿਕਰ ਕਰਦੀਆਂ ਨੇ ਕਿ ਸਾਨੂੰ ਇਹ ਚਾਹੀਦੇ ਨੇ ਇਸ ਤਰ੍ਹਾਂ ਦੇ ਕਸਟਮਰ ਜਿੱਥੇ ਬੇਟੀਆਂ ਨੇ ਲੜਕਿਆਂ ਦੀ ਮੰਗ ਕੀਤੀ ਜੇ। ਹੁਣ ਉਹਦਾ ਨਤੀਜਾ ਹੌਲੀ ਹੌਲੀ ਅੱਜ ਦੇ ਦਿਨ ਜੋ ਇਹ ਗਿਣਤੀ ਪਹੁੰਚੀ ਜੇ 7000, ਤਾਂ ਤੁਸੀਂ ਨੈਟ ਤੇ ਹੀ ਲੱਭ ਸਕਦੇ ਹੋ ਕਿ ਔਰਤਾਂ ਨੇ ਜਿਨ੍ਹਾਂ ਨੇ ਇਹੋ ਜਿਹੀ ਮੰਗ ਰੱਖੀ ਜੇ ਕਿ ਜੀ ਸਾਨੂੰ ਇਹ ਕਸਟਮਰ ਨੇ ਜੋ ਕਹਿੰਦੀਆਂ ਨੇ ਕਿ ਸਾਨੂੰ ਚਾਹੀਦੇ ਨੇ, ਤੇ ਉਹਦੇ ਵਿੱਚ ਉਹਨਾਂ ਨੂੰ ਅੱਜ ਦੇ ਦਿਨ ਵੀ 1000 ਐਕਟਿਵ ਮੈਂਬਰ ਜੋ ਲੜਕੇ ਨੇ ਉਹ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ ਕਿ ਹਾਂਜੀ ਅਸੀਂ ਅਵੇਲੇਬਲ ਹਾਂ, ਇਹ ਸਾਨੂੰ ਤੁਸੀਂ ਵਰਤ ਸਕਦੇ ਹੋ। ਕਹਿਣ ਦਾ ਭਾਵ ਇਹ ਕਿ ਜਿੱਥੇ ਪਹਿਲਾਂ ਅਸੀਂ ਲੱਭਦੇ ਸਾਂ, ਮੇਰਾ ਖਿਆਲ ਜਿਹੜੇ ਕਿ ਜਿਹਨੇ ਕੋਈ ਕਿਉਂਕਿ ਮੈਂ ਤਾਂ ਉਸ ਉਮਰ 'ਚ ਨਹੀਂ, ਮੇਰੇ ਤੋਂ ਜੋ ਵੱਡੇ ਹੋਣਗੇ ਉਮਰ ਵਾਲੇ ਉਹ ਜਾਣਦੇ ਹੋਣਗੇ ਜਿਨ੍ਹਾਂ ਨੇ ਪਟਿਆਲੇ ਵਿੱਚ ਵੀ ਰਹਿੰਦੇ ਨੇ ਕਿ ਇੱਥੇ ਕਿਸ ਤਰੀਕੇ ਬਾਜ਼ਾਰ ਦੇ ਵਿੱਚ, ਜਿੱਥੇ ਹੁਣ ਅੱਜ ਰਾਜੇ ਦਾ ਮਹਿਲ ਏ, ਜੀ ਉਸ ਥਾਂ ਤੇ ਚੁਫੇਰੇ ਸਾਰੇ, ਉਸ ਬਾਜ਼ਾਰ ਦਾ ਨਾਮ ਕੀ ਸੀ ਮੈਂ ਸ਼ਬਦ ਵੀ ਵਰਤਾਂ ਤਾਂ ਬਹੁਤ ਉਹ ਅੱਜ ਦੇ ਦਿਨ ਸ਼ਾਇਦ ਮਾੜਾ ਗਿਣਿਆ ਜਾਏਗਾ, ਪਰ ਉੱਥੇ ਦੀ ਪ੍ਰੋਸਟੀਟਿਊਸ਼ਨ, ਜਿਸ ਤਰੀਕੇ ਉਹ ਕਮਰੇ ਬਣਾ ਕੇ ਦਿੱਤੇ ਗਏ, ਜਿਸ ਤਰੀਕੇ ਉੱਥੇ ਸ਼ਾਮ ਨੂੰ ਆਵਾਜ਼ਾਂ ਲੱਗਦੀਆਂ ਸੀ, ਜਿਸ ਤਰੀਕੇ ਉੱਥੇ ਕਸਟਮਰ ਪਟਾਏ ਜਾਂਦੇ ਸਨ ਜਾਂ ਜੋ ਕੁਝ ਵੀ ਵਾਪਰਦਾ ਸੀ, ਇਹ ਵਰਤਾਰਾ ਉੱਥੇ ਕਈ ਵਰੇ ਚੱਲਿਆ, ਲਗਭਗ 40-45 ਵਰੇ ਤੁਰਦਾ ਰਿਹਾ। ਜੀ ਖੈਰ ਉੱਥੇ ਹੁਣ ਬਾਜ਼ਾਰ ਭਾਵੇਂ ਬਣ ਗਿਆ ਪਰ ਉੱਪਰਲੇ ਉਹੀ ਖਿੜਕੀਆਂ ਝਰੋਖੇ ਅੱਜ ਵੀ ਕਾਇਮ ਨੇ, ਦੇਖੇ ਜਾ ਸਕਦੇ ਨੇ। ਹੁਣ ਜੀ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ, ਯਾਨੀ ਜੋ ਪਹਿਲਾ ਵਰਤਾਰਾ ਸੀ ਕਿ ਸਿਰਫ ਔਰਤਾਂ ਤੱਕ ਸੀਮਤ ਸੀ, ਉਹ ਗਿਣਤੀ ਹੌਲੀ ਹੌਲੀ ਮੁੰਡਿਆਂ ਦੀ ਹੁਣ ਬਤੌਰ ਇੱਕ ਆਪਣੇ ਆਪ ਨੂੰ ਪੇਸ਼ ਕਰਨ ਵਿੱਚ ਵੱਧ ਰਹੀ ਜੇ, ਜਿਨ੍ਹਾਂ ਨੂੰ ਹੁਣ ਬੇਟੀਆਂ ਖਰੀਦਣ ਲੱਗ ਗਈਆਂ ਨੇ। ਯਾਨੀ ਇਹ ਰਿਵਰਸ ਜੋ ਸੀਕੁਐਂਸ ਸ਼ੁਰੂ ਹੋਇਆ ਉਹਦੇ ਵਿੱਚ ਇਹ ਆਪਸੀ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਗੇ ਸੈਕਸ ਹੋਣਾ ਜਾਂ ਲੈਸਬੀਅਨ ਹੋਣਾ, ਜਾਂ ਜਿਵੇਂ ਇਹ ਵਰਤਾਰੇ ਜੋ ਤਬਦੀਲੀਆਂ ਇਸ ਵੇਲੇ ਬੜੀਆਂ ਖੁੱਲ ਕੇ ਸਾਹਮਣੇ ਆਈਆਂ, ਜੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੀ ਸਵਾਲ ਚੁੱਕੇ ਕਿ ਜੀ ਦੇਖੋ ਜੀ, ਕੀ ਮੈਰਿਟਲ ਰੇਪਸ ਨਹੀਂ ਹੋ ਰਹੇ? ਯਾਨੀ ਜਦੋਂ ਵਰਤਾਰੇ ਤੁਸੀਂ ਨਾਰਮਲ ਗਿਣਦੇ ਹੋ ਕਿ ਇੱਕ ਮਰਦ ਤੇ ਔਰਤ ਦਾ ਸੁਮੇਲ, ਅਸੀਂ ਯਾਨੀ ਸਮਾਜ ਜਿਸਨੇ ਇਹ ਬਣਾਇਆ ਕਿ ਇਹ ਨਾਰਮਲ ਜੇ, ਇਸ ਤੋਂ ਇਲਾਵਾ ਕੁਝ ਵੀ ਨਾਰਮਲ ਨਹੀਂ, ਇਹ ਕਹਿਣ ਵਾਲੇ ਜੋ ਵੀ ਨੇ, ਉਹਨਾਂ ਨੂੰ ਸਵਾਲ ਜੋ ਇਹ ਲੋਕ ਪੁੱਛਦੇ ਨੇ, ਮੈਂ ਸਪਸ਼ਟ ਕਰਦੇ ਹਾਂ ਸਵਾਲਾਂ ਦੀ ਡਿਟੇਲ ਤੋਂ ਪਹਿਲਾਂ ਕਿ ਨਾ ਮੈਂ ਇਸ ਵਰਤਾਰੇ ਦੀ ਹਮਾਇਤ ਕਰ ਰਹੀ ਹਾਂ ਨਾ ਉਹਦੇ ਖਿਲਾਫ, ਮੈਂ ਸਿਰਫ ਪੁਆਇੰਟਸ ਰੱਖ ਰਹੀ ਹਾਂ ਬਤੌਰ ਇੱਕ ਡਾਕਟਰ ਹੁੰਦਿਆਂ, ਬਤੌਰ ਇੱਕ ਔਰਤ ਹੁੰਦਿਆਂ, ਬਤੌਰ ਇੱਕ ਮਾਂ ਹੁੰਦਿਆਂ, ਕਿ ਇਹ ਸਪਸ਼ਟ ਕਰਦੇ ਹਾਂ ਜੋ ਹਕੀਕਤ ਵਿੱਚ ਵਾਪਰ ਰਿਹਾ ਉਹਦਾ ਫੈਸਲਾ ਲੈਣ ਵਾਲਾ ਉਹੀ ਸਮਾਜ ਹੈ, ਜਿਸ ਤਰੀਕੇ ਵੀ ਉਹਨਾਂ ਨੇ ਇਹਨਾਂ ਨੂੰ ਅੱਗੇ ਤੋਰਨਾ ਕਿ ਕੀ ਮੈਰਿਟਲ ਰੇਪਸ ਨਹੀਂ ਹੋ ਰਹੇ। ਜੀ ਕਿ ਜੇ ਅਸੀਂ ਸਮਝਦੇ ਹਾਂ ਕਿ ਇੱਕ ਔਰਤ ਤੇ ਮਰਦ ਦਾ ਹੀ ਵਧੀਆ ਰਿਸ਼ਤਾ ਹੋਣਾ ਚਾਹੀਦਾ, ਸਮਾਜ ਉਸੇ ਨੂੰ ਐਕਸੈਪਟ ਕਰ ਰਿਹਾ, ਤਾਂ ਉਹਦੇ ਵਿੱਚ ਇਹ ਸਮਝਾਇਆ ਜਾਏ ਕਿ ਕਿਉਂ ਉਸ ਜਿਸ ਤਰੀਕੇ ਦੇ ਵਿਆਹਤਾ ਬੰਧਨਾਂ ਵਿੱਚੋਂ ਮਰਦ ਨੂੰ ਲੋੜ ਪੈਂਦੀ ਹੈ ਬਾਹਰ ਹੋਰ ਔਰਤਾਂ ਨਾਲ ਸੰਬੰਧ ਬਣਾਉਣ ਦੀ, ਕਿਉਂ ਔਰਤਾਂ ਉਸ ਸੰਬੰਧ ਦੇ ਵਿੱਚੋਂ ਨਿਕਲ ਕੇ ਹੋਰ ਮਰਦਾਂ ਦੇ ਨਾਲ ਆਪਣਾ ਸਾਥ ਲੱਭਦੀਆਂ ਨੇ। ਯਾਨੀ ਇਸ ਸਾਰੇ ਵਰਤਾਰੇ ਦੇ ਵਿੱਚ ਵੀ ਫਿਰ ਮੈਰਿਟਲ ਰੇਪਸ ਹੋਣੇ, ਫਿਰ ਵਾਈਫ ਸਵੈਪਿੰਗ ਹੋਣੀ, ਇਹ ਸਾਰੇ ਵਰਤਾਰਿਆਂ ਦੇ ਵਿੱਚ ਕੌਣ ਕਿਸ ਨੂੰ ਜਾਇਜ਼ ਤੇ ਕਿਸ ਨੂੰ ਨਾਜਾਇਜ਼ ਠਹਿਰਾਉਂਦਾ ਜੇ, ਇਹ ਤਾਂ ਸਮਾਜ ਉੱਤੇ ਹੀ ਰੱਖ ਛੱਡ ਦਈਏ, ਕਿਉਂਕਿ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਸਾਰਾ ਕੁਝ ਤੋਰਨਾ ਜੇ। ਪਰ ਇਹ ਸਮਾਜ ਦੇ ਠੇਕੇਦਾਰ ਜੋ ਖੜੇ ਨੇ, ਇਹਨਾਂ ਨੂੰ ਇਹ ਚੀਜ਼ਾਂ ਦੇ ਸਵਾਲ ਜ਼ਰੂਰ ਦੇਣੇ ਚਾਹੀਦੇ ਨੇ ਕਿ ਜੇ ਅਸੀਂ ਆਪਣੀ ਸੱਭਿਅਤਾ ਨੂੰ ਵਿੱਚ ਲਿਆ ਕੇ ਗੱਲ ਕਰਨਾ ਚਾਹੁੰਦੇ ਹਾਂ ਕਿ ਸਾਡੀ ਸੱਭਿਅਤਾ ਇਸ ਤਰੀਕੇ ਦੀ ਸੀ, ਤਾਂ ਉਸ ਸੱਭਿਅਤਾ ਵਿੱਚ ਇਹ ਤਸਵੀਰਾਂ, ਇਹ ਮੂਰਤੀਆਂ ਜੋ ਉਕਰੀਆਂ ਪਈਆਂ ਨੇ, ਇਹ ਕਿਸ ਸੱਭਿਅਤਾ ਦਾ ਹਿੱਸਾ ਸਨ? ਕਿਉਂ ਅਸੀਂ ਉਸ ਤਰੀਕੇ ਦੀ ਸੋਚ ਨੂੰ ਇੱਕ ਤਾਂ ਆਪਣੇ ਯਾਨੀ ਅੰਦਰ ਪਰਦੇ ਅੰਦਰ ਕਰਨ ਨੂੰ ਜਾਇਜ਼ ਠਹਿਰਾ ਦਿੱਤਾ ਕਿ ਪਰਦੇ ਅੰਦਰ ਜੋ ਵੀ ਹੋ ਰਿਹਾ, ਜੇ ਪਿਓ ਧੀ ਦਾ ਬਲਾਤਕਾਰ ਕਰ ਰਿਹਾ ਜਾਂ ਚਾਚਾ ਇਸੇ ਤਰ੍ਹਾਂ ਕਰ ਰਿਹਾ, ਆਪਣੇ ਹੀ ਸਕੇ ਭਰਾ ਦੀ ਕੁੜੀ ਦਾ ਬਲਾਤਕਾਰ ਕਰਦਾ, ਜਾਂ ਮਾਮਾ ਆਪਣੀ ਭਾਣਜੀ ਦਾ ਕਰ ਰਿਹਾ, ਜਾਂ ਸਕਾ ਭਰਾ ਭੈਣ ਦਾ ਕਰ ਰਿਹਾ, ਉਹ ਕਿਵੇਂ ਜਾਇਜ਼ ਠਹਿਰਾ ਰਹੇ ਆ? ਤੇ ਕਿਉਂ ਘਰਾਂ ਦੇ ਅੰਦਰ
ਇਹਨਾਂ ਬੇਟੀਆਂ ਦੀ, ਨਾਬਾਲਗ ਬੇਟੀਆਂ ਦੀਆਂ ਆਵਾਜ਼ਾਂ ਦੱਬ ਦਿੱਤੀਆਂ ਗਈਆਂ ਨੇ। ਉਹ ਵਰਤਾਰੇ ਕਿਸ ਤਰੀਕੇ ਅਸੀਂ ਕਹਿੰਦੇ ਆ ਕਿ ਹਾਂ ਇਹ ਸਮਾਜ, ਇਹ ਸਾਡਾ ਕੀ ਪਿਛੋਕੜ ਸੀ? ਜੀ ਇਸ ਤਰ੍ਹਾਂ ਦਾ ਪਿਛੋਕੜ ਤਾਂ ਨਹੀਂ ਸੀ। ਜੀ ਯਾਨੀ ਅਸੀਂ ਜਾਨਵਰਾਂ ਤੋਂ ਵੀ ਬੱਤਰ ਹੋ ਚੁੱਕੇ ਹਾਂ। ਜੇ HIV ਅੱਜ ਸਾਡੇ ਵਿੱਚ ਵੱਧਦੀ ਜਾਂਦੀ ਜੇ, ਤਾਂ ਜੇ ਅਸੀਂ ਇੱਕ ਪਾਸੇ ਗੱਲ ਕਰਦੇ ਹਾਂ ਕਿ ਅਸੀਂ IV ਡਰੱਗ ਅਬਿਊਜ਼ਰਸ ਖੜੇ ਕਰ ਦਿੱਤੇ ਨੇ ਜਿਹੜੇ ਨਸਾਂ 'ਚ ਟੀਕੇ ਲਾ ਰਹੇ ਨੇ, ਤਾਂ ਫਿਰ ਨਵਦੀਪ ਜੀ ਮੈਂ ਵੀ ਜਵਾਬ ਚਾਹੁੰਦੀ ਹਾਂ, ਆਖਰ ਜੋ ਸ਼ੁਰੂ ਜਿੱਥੋਂ ਹੋਈ ਸੀ ਕਿ ਇਹ ਸੇਮ ਸੈਕਸ ਜਿਵੇਂ ਦੇ ਜੋ ਸ਼ੁਰੂ ਵਰਤਾਰਾ ਹੋਇਆ ਸੀ, ਉਹਨਾਂ ਮਰਦਾਂ ਵਿੱਚ ਇਹ ਚੀਜ਼ ਜਦੋਂ ਤੋਂ ਸ਼ੁਰੂ ਹੋਈ ਉਹ ਅੱਜ ਦੀ ਨਹੀਂ ਜੇ, ਤੇ ਉਸ ਤੋਂ ਪਹਿਲਾਂ ਤੋਂ ਚਲਦੀ ਆ ਰਹੀ ਸੀ। ਜਦੋਂ ਲੱਭੀ ਗਈ ਬਿਮਾਰੀ ਤਾਂ ਵੀ ਇਸ ਤਰੀਕੇ ਦਾ ਵਰਤਾਰਾ ਜਾਰੀ ਸੀ, ਇਸ ਤਰੀਕੇ ਦੇ ਸਰੀਰਕ ਸੰਬੰਧ ਜਾਰੀ ਸੀ। ਜਦੋਂ ਇਹ ਬਿਮਾਰੀ ਲੱਭੀ ਗਈ ਤਾਂ ਉਦੋਂ ਇਹ ਕਿਉਂ ਤੁਰਦਾ ਰਿਹਾ ਸੀ, ਜਾਂ ਕਿਸ ਨੇ ਜਾਇਜ਼ ਠਹਿਰਾਇਆ ਸੀ, ਕੌਣ ਨਾਜਾਇਜ਼ ਠਹਿਰਾਉਣ ਵਾਲਾ ਸੀ? ਅੱਗੇ ਚੱਲੀਏ। ਹੂੰ ਹੂੰ ਦੋਨੋਂ ਤਰੀਕਾਂ ਦੇ ਵਰਤਾਰਿਆਂ ਦੇ ਵਿੱਚ ਕੁਝ ਖੋਜਾਂ ਮਾਨਸਿਕ ਪੱਖੋਂ ਹੋਈਆਂ ਨੇ। ਜੀ ਹੁਣ ਇਹ ਕਿਹਾ ਗਿਆ ਕਿ ਫਿਜ਼ੀਕਲ ਅਬਿਊਜ਼ ਜਿਹੜੇ ਤਾਂ ਨਾਰਮਲ, ਜਿਹਨੂੰ ਸਮਾਜ ਗਿਣਦਾ ਜੇ ਕਿ ਇੱਕ ਮਰਦ ਤੇ ਔਰਤ ਦੇ ਸੰਬੰਧ ਇਸ ਤਰੀਕੇ ਦੇ ਵਿਆਹ ਅਸੀਂ ਜਾਇਜ਼ ਠਹਿਰਾਉਂਦੇ ਆ, ਕਿਉਂ ਉਹਦੇ ਵਿੱਚ ਵਰਬਲ ਤੇ ਫਿਜ਼ੀਕਲ ਅਬਿਊਜ਼ ਜ਼ਿਆਦਾ ਜੇ? ਕਿਉਂ ਉਸ ਰਿਸ਼ਤੇ ਦੇ ਵਿੱਚ ਅਸੀਂ ਕਹਿੰਦੇ ਆ ਕਿ 68 ਤੋਂ 70% ਨੇ ਜਿਹੜੇ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਨੇ? ਆਖਰ ਜੀ ਜੇ ਅਸੀਂ ਇਹ ਵਰਤਾਰਾ ਨਾਰਮਲ ਗਿਣਦੇ ਆ ਤਾਂ ਫਿਰ ਉਹਦੇ ਵਿੱਚ ਇਹ ਕਿਉਂ ਜੇ? ਕਿਉਂ ਸੇਮ ਸੈਕਸ ਮੈਰਿਜਸ ਦੇ ਵਿੱਚ ਜਦੋਂ ਕੰਪੈਰੀਜ਼ਨ ਕਰਕੇ ਉਹ ਦੱਸਦੇ ਨੇ ਕਿ ਉੱਥੇ ਫਿਜ਼ੀਕਲ ਅਬਿਊਜ਼ ਜਾਂ ਵਰਬਲ ਅਬਿਊਜ਼ ਘੱਟ ਹੈ? ਇਸ ਦਾ ਕੀ ਮਤਲਬ ਕੱਢਣਾ ਚਾਹੀਦਾ? ਜੀ ਇਹ ਸਾਰੇ ਦੇ ਵਿੱਚ 34 ਕੇ 35 ਸ਼ਾਇਦ ਮੁਲਕ ਹੋਣਗੇ ਜਿਨ੍ਹਾਂ ਨੇ ਇਸ ਤਰੀਕੇ ਦੇ ਐਕਸੈਪਟ ਕਰ ਲਏ ਨੇ ਕਿ ਸੇਮ ਸੈਕਸ ਮੈਰਿਜਸ ਕਰੋ। ਪਰ ਉਹਦੇ ਵਿੱਚ ਹੁਣ ਕੁਝ ਚੀਜ਼ਾਂ ਮੈਂ ਦੱਸ ਦਿਆਂ ਕਿ ਸਟ੍ਰੈਸ ਲੈਵਲਸ ਜੇ ਅਸੀਂ ਗਿਣਦੇ ਆ ਜੀ ਕਿ ਇੱਕ ਮਰਦ ਤੇ ਔਰਤ ਦਾ ਸੰਬੰਧ ਜਦੋਂ ਹੁੰਦਾ ਜੇ, ਉਹ ਵਿਆਹਤਾ ਜ਼ਿੰਦਗੀ ਵਿੱਚ ਤਣਾਅ ਕਿ ਕਿਸੇ ਪਾਸਿਓਂ ਦੂਸਰੇ ਤਰੀਕੇ ਦੇ ਇਹ ਵਰਤਾਰੇ ਨਾਲੋਂ ਘੱਟ ਹੈ, ਹੂੰ ਇਹੋ ਜਿਹਾ ਕੁਝ ਵੀ ਲੱਭਿਆ ਨਹੀਂ ਗਿਆ। ਜੀ ਯਾਨੀ ਤਣਾਅ ਦੋਨਾਂ ਪਾਸੇ ਬਰਾਬਰ ਜੇ, ਤੇ ਫਿਰ ਉਹਨਾਂ ਵਿੱਚ ਡਰੱਗ ਯੂਸੇਜ ਵੀ ਓਨੀ ਕੀ ਲਗਭਗ ਚੱਲ ਰਹੀ ਜੇ, ਉਹਨਾਂ ਵਿੱਚ ਸ਼ਰਾਬ ਦੀ ਵਰਤੋਂ ਵੀ ਓਨੀ ਹੋਈ ਹੈ, ਉਹਨਾਂ ਦੇ ਵਿੱਚ ਇਹ ਜੇ ਵਰਤਾਰੇ ਰਿਸਕੀ ਸੈਕਸੁਅਲ ਬਿਹੇਵੀਅਰ ਦੇ ਜਿੰਨੇ ਕੁ ਉਧਰ ਦਿਸ ਰਹੇ ਨੇ ਓਨੇ ਕੁ ਇੱਧਰ ਦਿਸ ਰਹੇ ਨੇ। ਤਾਂ ਮੈਨੂੰ ਸਮਝਾਓ ਫਿਰ ਆਪਾਂ ਇਹਨਾਂ ਦੋਨਾਂ 'ਚ ਕੀ ਵੱਖ ਕਰ ਰਹੇ ਹਾਂ? ਫਿਰ ਇੱਕ ਅਹਿਮ ਗੱਲ ਜਿੱਥੇ ਇਹ ਹੁਣ ਖੋਜ ਜੇ, ਜੈਨੇਟਿਕ ਖੋਜ ਜੋ ਸਾਹਮਣੇ ਆ ਚੁੱਕੀ ਜੇ ਕਿ ਜਿਹੜੀਆਂ ਸੇਮ ਸੈਕਸ ਮੈਰਿਜਸ ਕਰ ਰਹੇ ਨੇ ਉਹਨਾਂ ਵਿੱਚ ਕੁਝ ਜੀਨੋਮ ਸਟੱਡੀਜ਼ ਦੇ ਅਨੁਸਾਰ 32%, ਇਹ ਤਾਂ ਖੈਰ ਹੁਣ ਪਬਲਿਕ ਫਿਗਰ ਬਣ ਚੁੱਕਿਆ ਕਿਉਂਕਿ ਇਹ ਖੋਜਾਂ ਬੜੀਆਂ ਆਮ ਨਿਊਯਾਰਕ ਟਾਈਮਸ ਵਿੱਚ ਤੱਕ ਵੀ ਛਪ ਚੁੱਕੀਆਂ ਕਿ ਸਿਰਫ 32% ਨੇ ਜਿਨ੍ਹਾਂ ਦੇ ਵਿੱਚ ਕੁਝ ਇੱਕ ਜੈਨੇਟਿਕ ਫੈਕਟਰ ਲੱਭਿਆ ਗਿਆ ਕਿ ਗੇ ਆ ਜਾਂ ਲੈਸਬੀਅਨ ਹੈ, ਉਹ ਫੈਕਟਰ ਲੱਭਿਆ ਗਿਆ। ਪਰ ਬਾਕੀ 32% ਤੋਂ ਬਾਕੀ ਬਾਹਰ ਆਈਏ। ਜੀ ਵਿਆਹ ਤੇ ਜਿਹੜੀ ਵਿਚਾਰ ਚਰਚਾ ਉਹ ਚੱਲ ਰਹੀ ਹੈ, ਤਾਂ ਰਿਸ਼ਤੇ ਕਿਵੇਂ ਬਣਦੇ ਨੇ, ਕਿਉਂ ਬਣਦੇ ਨੇ, ਕਿ ਇਹ ਹੁਣੇ ਬਣਨੇ ਸ਼ੁਰੂ ਹੋਏ ਨੇ ਜਾਂ ਫਿਰ ਇਹ ਪਹਿਲਾਂ ਵੀ ਸੀ? ਤਾਂ ਬਹੁਤ ਹੀ ਖੁੱਲ ਕੇ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਕਿ ਅੱਜ ਤੋਂ ਨਹੀਂ, ਸਦੀਆਂ ਪੁਰਾਣੀਆਂ ਗੱਲਾਂ ਨੇ। ਕਿਸ ਤਰੀਕੇ ਦੇ ਨਾਲ ਇਤਿਹਾਸਿਕ ਇਮਾਰਤਾਂ ਤੇ ਵੀ ਮੂਰਤੀਆਂ ਉਲੀਕੀਆਂ ਪਈਆਂ ਨੇ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ, ਜਿਸ ਨੂੰ ਲਾ ਕੇ, ਜਿਸ ਨੂੰ ਵੇਖ ਕੇ ਇੱਕ ਵਾਰੀ ਲੋਕ ਕਹਿੰਦੇ ਨੇ ਕਿ ਇਹ ਕੀ, ਇਹ ਕਿਸਨੇ ਕਰਵਾਇਆ ਹੋਏਗਾ, ਕਿਸੇ ਦੀ ਸੋਚੀ ਸਮਝੀ ਚਾਲ ਤਾਂ ਨਹੀਂ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਪਰ ਉਹਨਾਂ ਸਾਰੀਆਂ ਹੀ ਗੱਲਾਂ ਦੀ ਜਵਾਬਦੇਹੀ ਅੱਜ ਅਸੀਂ ਦੇ ਰਹੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ। ਤਾਂ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜੇ ਹੋਏ ਨੇ ਤੇ ਉਹ ਸਾਰੀਆਂ ਹੀ ਗੱਲਾਂ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਦਰਸ਼ਕਾਂ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਸ ਦਾ ਅੱਜ ਹਊਆ ਬਣਿਆ ਹੋਇਆ ਇਹ ਗੱਲਾਂ ਅੱਜ ਦੀਆਂ ਨਹੀਂ, ਇਹ ਸਦੀਆਂ ਪੁਰਾਣੀਆਂ ਗੱਲਾਂ ਨੇ ਤੇ ਇਸੇ ਲਈ ਇਹਨਾਂ ਤੇ ਖੋਜਾਂ ਵੀ ਹੋ ਰਹੀਆਂ ਨੇ। ਜੀ ਮੈਮ। ਜੀ ਬਿਲਕੁਲ, ਜਿਹੜੀਆਂ ਖੋਜਾਂ ਸਾਬਤ ਕਰ ਚੁੱਕੀਆਂ ਨੇ ਗੱਲਾਂ, ਉਹਨਾਂ ਵਿੱਚ ਜਿਵੇਂ ਮੈਂ ਜ਼ਿਕਰ ਕਰ ਰਹੀ ਸਾਂ ਕਿ 32% ਨੇ ਜਿਹੜੇ ਜੀਨੋਮ ਦੇ ਵਿੱਚ ਕੋਈ ਡਿਫੈਕਟ ਲੱਭੇ। ਡਿਫੈਕਟ ਤਾਂ ਮੈਂ ਬਿਲਕੁਲ ਹੀ ਨਹੀਂ ਕਹੂੰਗੀ, ਜਿਸ 'ਚ ਥੋੜੇ ਜਿਹੇ ਤਬਦੀਲੀ ਲੱਭੀ ਹੈ। ਉਸ ਤੋਂ ਇਲਾਵਾ ਹੁਣ ਬਾਕੀ ਸਾਰੀ ਗਿਣਤੀ ਜੇ ਤੁਸੀਂ ਟੋਟਲ ਕਰ ਲਓ ਕਿ 68% ਦੇ ਵਿੱਚ ਸੋਸ਼ਲ এনवायरमेंटल ਇਹ ਬਹੁਤ ਜ਼ਿਆਦਾ ਭਾਰੀ ਗਿਣਤੀ ਵਿੱਚ ਇਹਦੇ ਕੇਸ ਲੱਭੇ। ਹੁਣ ਉਹਦਾ ਮਤਲਬ ਸਮਝ ਲਓ ਕਿ ਜਿਸ ਤਰੀਕੇ ਦੇ ਇਸ ਵੇਲੇ ਜਬਰੀ ਇਸ ਪਾਸੇ ਵੱਲ ਨੂੰ ਤੋਰਨ ਵਾਲੇ ਨੇ ਉਹ ਕੌਣ ਨੇ ਜੀ? ਇਹਨਾਂ ਵਿੱਚੋਂ ਹੀ ਸਟੱਡੀਜ਼ ਜਿਹੜੀ ਕਿ 2.5 ਮਿਲੀਅਨ ਲਗਭਗ ਲੋਕਾਂ ਤੇ ਹੋ ਚੁੱਕੀ ਹੈ, ਉਹਨਾਂ ਵਿੱਚ ਜੋ ਕੇਸ ਲੱਭੇ ਕਿ ਜਿਵੇਂ ਮੈਂ ਸ਼ੁਰੂ ਹੀ ਕੀਤਾ ਸੀ, ਮਨੁੱਖੀ ਤਸਕਰੀ ਅਧੀਨ ਬਹੁਤ ਸਾਰੇ ਨਾਬਾਲਗ ਬੇਟੇ ਵੀ ਤੋਰੇ ਗਏ ਨੇ ਜਿਨ੍ਹਾਂ ਦੇ ਨਾਲ ਸਰੀਰਕ ਸ਼ੋਸ਼ਣ ਹੋਇਆ, ਜਿਨ੍ਹਾਂ ਨੂੰ ਇਸ ਪਾਸੇ ਬੜੇ
ਭਾਰੇ ਜੋ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਗੇ ਕਲੱਬਸ ਤੱਕ ਸ਼ੁਰੂ ਹੋ ਚੁੱਕੇ ਨੇ, ਜਿਨ੍ਹਾਂ ਵਿੱਚ ਜਿਨ੍ਹਾਂ ਦੇ ਪਿੱਛੇ ਉਹਨਾਂ ਤੇ ਹੱਥ ਬੜੇ ਤਗੜੇ ਬੰਦਿਆਂ ਦੇ, ਪਾਵਰਫੁਲ ਬੰਦਿਆਂ ਦੇ ਨੇ, ਜਿਹੜੇ ਇਹ ਪੂਰਾ ਸਿਸਟਮ ਸਾਰਾ ਜਿਨ੍ਹਾਂ ਨੇ ਕਾਬੂ ਵਿੱਚ ਕੀਤਾ ਹੋਇਆ, ਜਿਹਦੇ ਵਿੱਚ ਪੈਸਾ ਅੰਨਾ ਜੇ, ਤੇ ਜਿਸ ਦੇ ਵਿੱਚ ਨਾਬਾਲਗ ਬੇਟੇ ਇਸ ਵੇਲੇ ਚੁੱਕੇ ਵੀ ਜਾ ਰਹੇ ਨੇ, ਨਿੱਕੇ ਨਿੱਕੇ ਬੱਚੇ। ਉਹ ਜਿਸ ਤਰੀਕੇ ਇਹ ਗਿਰੋਹ ਤਿਆਰ ਕੀਤੇ ਹੁੰਦੇ ਨੇ, ਉਹ ਸਾਰੇ ਦਾ ਸਾਰਾ ਸਿਸਟਮ ਬੜਾ ਓਪਨ ਜੇ, ਕੋਈ ਇਹ ਲੁਕਾ ਵਿੱਚ ਨਹੀਂ, ਜੋ ਕਿ ਹਰ ਤੁਸੀਂ ਚੁਫੇਰੇ ਇੰਟਰਨੈਟ ਤੇ ਗੇ ਕਲੱਬਸ ਦੇਖ ਸਕਦੇ ਹੋ। ਤੇ ਇਹਨਾਂ ਵਿੱਚ ਭਾਰੀ ਗਿਣਤੀ ਉਹ, ਜਿਵੇਂ ਮੈਂ ਦੱਸਿਆ ਕਿ ਬਚਪਨ ਵਿੱਚ ਸਰੀਰਕ ਸ਼ੋਸ਼ਣ ਜਿਨ੍ਹਾਂ ਦਾ ਹੋਇਆ, ਜਿਨ੍ਹਾਂ ਨੂੰ ਮਜਬੂਰੀ ਵਸ ਕੁਝ ਪੈਸੇ ਦੀ ਖਾਤਰ ਉਸ ਪਾਸੇ ਜਿਨ੍ਹਾਂ ਨੂੰ ਜਾਣਾ ਪਿਆ, ਕੁਝ ਸਰੀਰਕ ਕਮਜ਼ੋਰੀਆਂ ਕਾਰਨ ਇਸ ਪਾਸੇ ਵੱਲ ਧੱਕੇ ਗਏ, ਜਿਨ੍ਹਾਂ ਵਿੱਚ ਭਾਰੀ ਗਿਣਤੀ ਬੇਟੀਆਂ, ਜਿਨ੍ਹਾਂ ਦਾ ਛੋਟੇ ਹੁੰਦਿਆਂ, ਜਿਵੇਂ ਮੈਂ ਜ਼ਿਕਰ ਕੀਤਾ ਕਿ ਘਰਾਂ ਦੇ ਵਿੱਚ ਹੀ ਜਿਨ੍ਹਾਂ ਦੇ ਇਸ ਤਰੀਕੇ ਦਾ ਉਹ ਸ਼ਿਕਾਰ ਬਣੀਆਂ, ਉਹ ਜਿਸ ਤਰੀਕੇ ਤ੍ਰਹਿਣ ਲੱਗ ਗਈਆਂ ਕਿ ਮਰਦ ਦੇ ਹੱਥ ਵੀ ਲੱਗਣਾ ਤੇ ਮੈਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ, ਮਾਨਸਿਕ ਰੋਗੀ ਤੱਕ ਹੋ ਗਈਆਂ, ਜਿਨ੍ਹਾਂ ਨੂੰ ਆਪਣੀਆਂ ਹੀ ਸਹੇਲੀਆਂ ਜਾਂ ਆਪਣੀਆਂ ਸਾਥਣਾਂ ਦੇ ਨਾਲ ਗੱਲ ਕਰਨ ਵਿੱਚ ਥੋੜੀ ਉਹਨਾਂ ਨੂੰ ਅੱਛਾ ਲੱਗਿਆ, ਝਿਜਕ ਨਹੀਂ ਮਹਿਸੂਸ ਹੋਈ, ਸੋ ਉਹਨਾਂ ਦੇ ਵਿੱਚੋਂ ਹੀ ਉਹਨਾਂ ਨੂੰ ਪਿਆਰ ਤੇ ਅਪਣੱਤ ਲੱਭੀ, ਉਹਨਾਂ ਨਾਲ ਰਹਿਣਾ ਉਹਨਾਂ ਨੇ ਪਸੰਦ ਕੀਤਾ ਕਿ ਮੈਂ ਬਾਕੀਆਂ ਤੋਂ ਪਰਾਂ ਰਹਿਣਾ ਚਾਹੁੰਦੀ ਹਾਂ। ਯਾਨੀ ਇਹ ਅਜੀਬ ਤਰ੍ਹਾਂ ਦਾ ਮਾਹੌਲ ਜੋ ਅਸੀਂ ਸਿਰਜ ਕੇ ਭੇਜਿਆ, ਇਹਦੇ ਵਿੱਚ ਕੌਣ ਗੁਨਾਹਗਾਰ ਹੈ? ਨਵਦੀਪ ਜੀ, ਆਪਾਂ ਬਹੁਤ ਸੌਖਾ ਜੇ ਕਿਸੇ ਤੇ ਵੀ ਉਂਗਲ ਚੁੱਕਣਾ ਕਿ ਫਲਾਣਾ ਇਹ ਸੋਚਦਾ ਜੇ, ਕਿੰਨੀ ਮਾੜੀ ਗੱਲ ਏ, ਅਸੀਂ ਤਾਂ ਸਵਾਦੇ ਲੈ ਰਹੇ ਹਾਂ, ਅਸੀਂ ਉਹਦੇ ਲੱਭਣਾ ਚਾਹੁੰਦੇ ਹਾਂ ਕਿਸ ਢੰਗ ਨਾਲ, ਕਿਸ ਤਰੀਕੇ ਨਾਲ। ਇਸ ਸਾਰੇ ਲੱਚਰਪੁਣੇ ਦੇ ਵਿੱਚ ਇਹ ਜਦੋਂ ਉਂਗਲ ਚੱਕਦੇ ਹਨ ਤਾਂ ਆ ਵੇਖੋ ਨਾ, ਮੈਨੂੰ ਲੱਗਦਾ ਕਿ 4 ਉਂਗਲਾਂ ਮੇਰੇ ਵੱਲ ਵੀ ਨਾਲ ਆਉਂਦੀਆਂ ਜੇ ਕਿ ਇਹ ਸਾਰੇ ਵਰਤਾਰੇ ਵਿੱਚ ਕੌਣ ਨੇ 68 ਤੋਂ 70% ਜੋ ਘਰੇਲੂ ਹਿੰਸਾ ਕਰ ਰਹੇ ਨੇ, ਜਿਨ੍ਹਾਂ ਨੇ ਆਪਣੀਆਂ ਹੀ ਔਰਤਾਂ ਨੂੰ ਇੰਨੇ ਤਗੜੇ ਤਰੀਕੇ ਜਕੜ ਕੇ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਕਿ ਘਰੋਂ ਬਾਹਰ ਦੌੜਨ ਨੂੰ ਤਿਆਰ ਨੇ। ਇਹ ਫਿਗਰ ਦੇ ਅੰਕੜੇ ਮੇਰੇ ਜਾਂ ਤੁਹਾਡੇ ਨਹੀਂ, ਇਹ ਤਾਂ ਵਿਸ਼ਵ ਪੱਧਰੀ ਅੰਕੜੇ ਸਾਹਮਣੇ ਆ ਚੁੱਕੇ ਨੇ। ਕੌਣ ਨੇ ਜਿਹੜਾ ਰਾਹ ਵਿੱਚ ਤੁਰਦੀ ਬੇਟੀ ਦਾ ਜ਼ਬਰ ਜਨਾਹ ਕਰਕੇ ਉਹਨੂੰ ਕਤਲ ਕਰਕੇ ਮਾਰ ਦਿੰਦੇ ਨੇ? ਕੌਣ ਨੇ ਜਿਹੜੇ ਉਹਦੇ ਮੂੰਹ ਤੇ ਤੇਜ਼ਾਬ ਸੁੱਟ ਦਿੰਦੇ ਨੇ ਸਿਰਫ ਇਸ ਕਾਰਨ ਕਿ ਉਹ ਨਾ ਕਰ ਦਿੰਦੀ ਹੈ ਕਿ ਇਹ ਜਿਸ ਤਰੀਕੇ ਦਾ ਤੁਸੀਂ ਮੇਰੇ ਤੋਂ ਐਕਸਪੈਕਟ ਕਰਦੇ ਹੋ ਮੈਂ ਉਦਾਂ ਦੀ ਨਹੀਂ ਆ, ਮੇਰੀ ਵੀ ਆਪਣੀ ਮਰਜ਼ੀ ਹੈ, ਮੈਂ ਨਹੀਂ ਸਮਰਪਿਤ ਹੋਣਾ ਚਾਹੁੰਦੀ ਇਸ ਤਰ੍ਹਾਂ ਦੀ ਸੋਚ ਨੂੰ, ਤਾਂ ਉਹਦਾ ਇਹ ਕਿਉਂ ਉਹਦੇ ਮੂੰਹ ਤੇ, ਉਹਦੇ ਚਿਹਰੇ ਤੇ ਤੇਜ਼ਾਬ ਸੁੱਟ ਦਿੱਤਾ ਜਾਂਦਾ ਜੇ? ਕੌਣ ਨੇ ਜਿਹੜੇ ਦਾਜ ਨਾ ਲਿਆਉਣ ਖਾਤਰ ਔਰਤ ਨੂੰ ਦੀ ਬਲੀ ਚਾੜ ਦਿੰਦੇ ਨੇ? ਆਖਰ ਇਹ ਸਾਰੇ ਵਰਤਾਰੇ ਦੇ ਵਿੱਚ ਫਿਰ ਅਸੀਂ ਹੋਕਾ ਦਿੰਨੇ ਆ ਔਰਤ ਦੀ ਬਰਾਬਰੀ ਦਾ। ਨਵਦੀਪ ਜੀ, ਮੈਂ ਤਾਂ ਇੱਕੋ ਹੀ ਸਵਾਲ ਇਸ ਸਮਾਜ ਦੇ ਬਹੁਤ ਸਿਆਣੇ ਸੂਝਵਾਨ ਲੋਕਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਕੀ ਅੱਜ ਦੇ ਦਿਨ ਜਿਸ ਤਰੀਕੇ ਮਹਾਤਮਾ ਬੁੱਧ ਜੀ ਨੇ ਆਪਣੀ ਪਤਨੀ ਨੂੰ ਤਿਲਾਂਜਲੀ ਦੇ ਕੇ ਤੁਰ ਗਏ ਸਨ, ਕੀ ਕਦੇ ਕੋਈ ਔਰਤ ਇਹੋ ਜਿਹਾ ਦਾਅਵਾ ਕਰ ਸਕਦੀ ਹੋਵੇ, ਹਿੰਮਤ ਵਿਖਾ ਸਕਦੀ ਹੋਵੇ ਕਿ ਮੈਂ ਵੀ ਆਪਣੀ ਸੋਚ ਦੇ ਅਨੁਸਾਰ ਇਹ ਘਰ ਛੱਡ ਕੇ, ਪਤੀ ਨੂੰ ਛੱਡ ਕੇ, ਬੱਚਿਆਂ ਨੂੰ ਛੱਡ ਕੇ ਮੈਂ ਚੱਲੀ ਆ, ਅੱਜ ਮੈਂ ਵੀ ਰੱਬ ਨੂੰ ਪ੍ਰਾਪਤ ਕਰਨਾ, ਮੈਂ ਜਾਣਾ ਚਾਹੁੰਦੀ ਆ? ਤਾਂ ਇਹ ਸਮਾਜ ਕਿਸ ਨਜ਼ਰ ਨਾਲ ਉਹਨੂੰ ਦੇਖੇਗਾ? ਕੀ ਪੂਜੇਗਾ? ਕੀ ਕਹਿਣਾ ਚਾਹੇਗਾ? ਕਿ ਇਹ ਬਰਾਬਰੀ ਹੈ ਸੱਚਮੁੱਚ ਮਨਾਂ ਦੇ ਅੰਦਰ ਅਸੀਂ? ਪਰ ਇਹ ਸਾਰਾ ਵਰਤਾਰਾ ਜਿਸ ਤਰੀਕੇ ਦਾ, ਭਾਵੇਂ ਉਹ ਸੇਮ ਸੈਕਸ ਮੈਰਿਜਸ ਵਿੱਚ ਔਰਤ ਹੋਵੇ ਜਾਂ ਮਰਦ ਹੋਵੇ, ਉਹ ਕਿਸ ਤਰ੍ਹਾਂ ਦਾ ਅੱਗੋਂ ਸਮਾਜ ਸਿਰਜਣਗੇ, ਇਹਦੇ ਉੱਤੇ ਵੀ ਬਹੁਤ ਜ਼ਿਆਦਾ ਅਸੀਂ ਗੱਲ ਕਰ ਸਕਦੇ ਹਾਂ ਕਿ ਪਹਿਲਾਂ ਸਮਾਜ ਕੀ ਵਾਕਈ ਬਹੁਤ ਵਧੀਆ ਜੇ, ਜਿਹੜਾ ਅਸੀਂ ਅਗਲੇ ਸਮਾਜ ਦੇ ਉੱਤੇ ਲਈ ਫਿਕਰਮੰਦ ਹੋ ਗਏ ਹਾਂ। ਪਰ ਇੱਕ ਵਾਕਈ ਜੋ ਗੱਲ ਕਰਨ ਦੀ ਹੈ ਉਹ ਇਹ ਹੈ ਕਿ ਇਹਨਾਂ 'ਚ ਸੇਮ ਸੈਕਸ ਮੈਰਿਜਸ ਤੋਂ ਬਾਅਦ ਜਦੋਂ ਬੱਚੇ ਇਹ ਅਡਾਪਟ ਕਰਨਾ ਚਾਹਣਗੇ ਤਾਂ ਵਾਕਈ ਉਹਨਾਂ ਦੀ ਜ਼ਿੰਦਗੀ ਬਹੁਤ, ਉਹਨਾਂ ਦੇ ਉੱਤੇ ਬੜਾ ਤਗੜਾ ਅਸਰ ਪੈਣ ਵਾਲਾ ਜੀ। ਕਿਉਂਕਿ ਜਿਹੜਾ ਸ਼ਬਦ ਹੁੰਦਾ ਜੇ ਨਾ ਨਾਜਾਇਜ਼, ਬੜਾ ਡੂੰਘਾ ਹੈ ਵੱਜਦਾ ਜੀ, ਬਹੁਤ ਡੂੰਘੀ ਮਾਰ ਮਾਰਦਾ ਜੀ। ਸੋ ਇਹੀ ਸਮਾਜ ਜੋ ਆਪਣੇ ਆਪ ਦੇ ਉੱਤੇ ਇਨਸਾਨੀਅਤ ਦਾ ਮੁਖੌਟਾ ਚਾੜਦਾ ਜੇ, ਅੰਦਰੋਂ ਖੂੰਖਾਰ ਜਾਨਵਰ ਜੇ, ਇਹ ਇਸ ਤਰ੍ਹਾਂ ਦੇ ਬੱਚੇ ਜਿਹੜੇ ਅੱਗੋਂ ਅਡਾਪਟ ਕਰਨਾ ਚਾਹਣਗੇ ਉਹਨਾਂ ਨੂੰ ਕਿਸੇ ਵੀ ਹਾਲ ਵਿੱਚ ਐਕਸੈਪਟ ਨਹੀਂ ਕਰੇਗਾ। ਉਹਨਾਂ ਦਾ ਕਿਵੇਂ ਦੇ ਉਹ ਮਾਨਸਿਕ ਰੋਗੀ ਬਣ ਕੇ ਖੜੇ ਹੋਣਗੇ, ਕਿਵੇਂ ਦੀ ਬਦਲਾ ਲਹੂ ਨੀਤੀ ਨਾਲ ਉਹ ਸਮਾਜ ਵਿੱਚ ਵਿਚਰਨਗੇ। ਅਹਿਮ ਚੀਜ਼ ਜਿਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ। ਫਿਰ ਦੋ ਹੋਰ ਬਹੁਤ ਅਹਿਮ ਗੱਲਾਂ ਕਿ ਜਿਹੜੇ ਇਸ ਤਰ੍ਹਾਂ ਦੇ ਸੇਮ ਸੈਕਸ ਮੈਰਿਜਸ ਵਿੱਚ ਦੇਖੀਆਂ ਜਾ ਚੁੱਕੀਆਂ ਨੇ, ਇਹਨਾਂ ਦੇ ਕਈ ਕਿਸਮਾਂ ਦੇ ਕੈਂਸਰ ਕਾਫੀ ਹਾਈ ਰਿਸਕ ਨੇ ਇਹਨਾਂ ਨੂੰ,
ਇਸੇ ਤਰ੍ਹਾਂ ਇਹਨਾਂ ਦੇ ਵਿੱਚ ਲਿਵਰ ਡੈਮੇਜ ਦਾ ਕਾਫੀ ਜ਼ਿਆਦਾ, ਕਿਉਂਕਿ ਇਹ ਜਿਸ ਤਰੀਕੇ ਇਹਨਾਂ ਨਾਲ ਵਰਤਾਰੇ ਕੀਤੇ ਜਾਂਦੇ ਨੇ ਚੁਫੇਰੇ, ਉਹਨਾਂ ਚੋਂ ਕੁਝ ਤਾਂ ਜਿਵੇਂ ਮੈਂ ਦੱਸਿਆ ਗੇ ਕਲੱਬਸ ਜਾਂ ਜਿਗੋਲੋ ਕਲੱਬਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਪਰ ਜਿਹੜੇ ਨਾ ਸ਼ਾਮਲ ਹੋ ਸਕਣ, ਕੋਈ ਮਾਨਸਿਕ ਸਪੋਰਟ ਨਾ ਹੋਏ, ਉਹ ਜਦੋਂ ਉਹ ਡਰੱਗਸ ਵੱਲ ਜਾਂ ਐਲਕੋਹਲ ਵੱਲ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਇਹ ਲਿਵਰ ਡੈਮੇਜ ਹੋਣ ਦੇ ਚਾਂਸਸ ਕਾਫੀ ਵੱਧ ਹੋ ਜਾਂਦੇ ਨੇ। ਪਰ ਜਿਹੜਾ ਵਰਤਾਰਾ ਜਿਸ ਵੀ ਤਰੀਕੇ ਨਾਲ ਹੋਇਆ ਹੋਵੇ, ਮੈਂ ਕਿਸੇ ਤੇ ਕੋਈ ਉਂਗਲ ਨਹੀਂ ਚੁੱਕ ਰਹੀ, ਪਰ ਜਦੋਂ ਕੋਈ ਪਬਲਿਕ ਡੋਮੇਨ ਵਿੱਚ ਹੋਵੇ ਤਾਂ ਫਿਰ ਉਹਨੂੰ ਜ਼ਰੂਰੀ ਹੁੰਦਾ ਜੇ ਕਿ ਉਹ ਆਪਣੀ ਇਹੋ ਜਿਹੇ ਸਰੀਰਕ ਸੰਬੰਧਾਂ ਦੀ ਜਿਸ ਵੀ ਮਰਜ਼ੀ ਤਰ੍ਹਾਂ ਦੀ ਸੋਚ ਹੋਵੇ, ਉਹ ਪਬਲਿਕ ਫਿਗਰ ਹੁੰਦਾ ਹੋਇਆ ਜਿਸ ਨੂੰ ਹੋ ਸਕਦਾ ਕੋਈ ਜਿਹੜਾ ਉਹਨੂੰ ਆਪਣਾ ਆਈਕਨ ਸਮਝ ਕੇ ਉਹਨੂੰ ਫੋਲੋ ਕਰਦਾ ਹੋਵੇ, ਤਾਂ ਉਹਨੂੰ ਬਿਲਕੁਲ ਇਹ ਹੱਕ ਨਹੀਂ ਹੁੰਦਾ ਕਿ ਉਹ ਇਹੋ ਜਿਹੀ ਚੀਜ਼, ਜਦੋਂ ਤੁਸੀਂ ਕਿਸੇ ਉੱਚ ਪੱਧਰੀ ਸੀਟ ਤੇ ਬੈਠੇ ਹੋ, ਜਿੱਥੇ ਤੁਹਾਨੂੰ ਲੋਕਾਂ ਨੇ ਇੱਕ ਨੁਮਾਇੰਦਾ ਚੁਣ ਕੇ ਬਿਠਾਇਆ ਹੋਵੇ, ਉਹ ਕਿਸੇ ਵੀ ਮੁਲਕ ਵਿੱਚ ਹੋਵੇ, ਉਹਦਾ ਇਸ ਤਰੀਕੇ ਦਾ ਵਰਤਾਰਾ ਬਿਲਕੁਲ ਵੀ ਕਿਸੇ ਪਾਸਿਓਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਉਸ ਨੂੰ ਬਹੁਤ ਹੱਦਾਂ ਆਪਣੇ ਆਪ ਲਈ ਬੰਨਣ ਦੀ ਲੋੜ ਹੁੰਦੀ ਜੇ, ਕਿਉਂਕਿ ਉਹ ਇੱਕ ਪਬਲਿਕ ਫਿਗਰ ਬਣ ਚੁੱਕਾ ਜੇ। ਆਮ ਵਰਤਾਰਾ ਜੋ ਵੀ ਮਰਜ਼ੀ ਹੋਵੇ, ਪਰ ਜਦੋਂ ਅਸੀਂ ਕਿਸੇ ਇੱਕ ਨੂੰ ਚੁਣ ਕੇ ਅਗਾਂਹ ਲਿਆਉਂਦੇ ਹਾਂ ਤਾਂ ਅਸੀਂ ਉਹਦੇ ਵਿੱਚ ਬਹੁਤ ਕੁਝ ਭਾਲਦੇ ਹਾਂ। ਸਾਡਾ ਆਗੂ ਹੈ, ਸਾਡੇ ਬੱਚੇ ਵੀ ਉਹਨੂੰ ਫੋਲੋ ਕਰਨ, ਹੋਰ ਦੁਨੀਆ ਵੀ ਉਹਨੂੰ ਦੇਖੇ। ਮੈਂ ਫਿਰ ਦੁਹਰਾ ਦਿਆਂ, ਮੈਂ ਕਿਸੇ ਵੀ ਮੁਲਕ ਦੀ ਗੱਲ ਕਰ ਰਹੀ ਹਾਂ, ਕੋਈ ਪੰਜਾਬ ਜਾਂ ਹਿੰਦੁਸਤਾਨ ਦੀ ਨਹੀਂ, ਪਰ ਇਸ ਤਰ੍ਹਾਂ ਦੇ ਵਰਤਾਰੇ ਉਸ ਸੀਟ ਤੇ ਬੈਠ ਕੇ ਕਿਸੇ ਵੀ ਪਾਸਿਓਂ ਕਦੇ ਵੀ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। ਉਹਦਾ ਮਤਲਬ ਹੁੰਦਾ ਜੀ ਇੱਕ ਵੱਡੀ ਪੱਧਰ ਤੇ ਜੋ ਵੀ ਨਾਰਮਲ ਜਿਸ ਨੂੰ ਇਸ ਸਮਾਜ ਨੇ ਗਿਣਿਆ, ਜੇ ਉਸ ਤੋਂ ਉਲਟ ਕਿਸੇ ਵੀ ਪਾਸਿਓਂ ਸਹੀ ਨਹੀਂ ਉਸ ਥਾਂ ਤੇ ਠਹਿਰਾਇਆ ਜਾਏਗਾ, ਭਾਵੇਂ ਇਹ ਕਿੰਨਾ ਵੀ ਕੁਝ ਤੁਰਦਾ ਹੋਏ। ਦਾ ਮਤਲਬ ਹੈ ਕੱਲ ਨੂੰ ਅਸੀਂ ਇਹ ਵੀ ਜਾਇਜ਼ ਠਹਿਰਾਵਾਂਗੇ ਕਿ ਜਿਹੜੇ ਵੀ ਥਾਂ ਤੇ ਡਰੱਗ ਅਡਿਕਟਸ ਬੈਠੇ ਨੇ ਉੱਥੋਂ ਡਰੱਗਸ ਮਿਲ ਰਹੀਆਂ ਨੇ, ਕਿਵੇਂ ਜਾਇਜ਼ ਠਹਿਰਾ ਸਕਦੇ ਹਾਂ ਜਦੋਂ ਦੇ ਲੌਂਗ ਟਰਮ ਸਾਨੂੰ ਦੇ ਸਾਰੇ ਉਹਦੇ ਮਾੜੇ ਅਸਰ ਦਾ ਪਤਾ ਹੋਵੇ। ਮੈਂ ਕਬੀਰ ਜੀ ਦੇ ਦੋ ਜੋ ਉਹਨਾਂ ਨੇ ਸਾਡੇ ਦਰਜ ਨੇ ਉਹ ਸ਼ਬਦ ਗੁਰਬਾਣੀ ਵਿੱਚ ਜ਼ਰੂਰ ਸਾਂਝੇ ਕਰਨਾ ਚਾਹੁੰਦੀ। ਜੀ ਮੈਮ ਜੀ। ਦੇਖੋ ਲਿਖਿਆ ਉਹਨਾਂ ਨੇ, ਕਬੀਰ ਮਨ ਜਾਣੈ ਸਭ ਬਾਤ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਕਮਾਲ ਹੀ ਜੇ ਕਿ ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੁਐ ਪਰ। ਯਾਨੀ ਮਨ ਜਾਣਦਾ ਜੇ, ਸਾਨੂੰ ਪਤਾ ਜੇ ਇਹ ਚੀਜ਼ ਮਾੜੀ ਹੈ, ਫਿਰ ਵੀ ਅਸੀਂ ਉਸੇ ਪਾਸੇ ਡਿੱਗਦੇ ਹਾਂ। ਤੇ ਇਹਦਾ ਮਤਲਬ ਤਾਂ ਇਹੋ ਹੈ ਨਾ ਵੀ ਹੱਥ ਵਿੱਚ ਦੀਵਾ ਫੜ ਕੇ ਜੇ ਅਸੀਂ ਸਾਹਮਣੇ ਦੇਖ ਲਈਏ ਵੀ ਖੂਹ ਹੈ, ਫਿਰ ਵੀ ਉਹਦੇ ਦੀਵੇ ਸਮੇਤ ਹੀ ਖੂਹ ਚ ਡਿੱਗ ਪਈਏ, ਤਾਂ ਫਿਰ ਕਿਸ ਨੂੰ ਅਸੀਂ ਉਂਗਲਾ ਕਿਸ ਵੱਲ ਚੱਕ ਰਹੇ ਹਾਂ। ਦੇਖੋ ਸਮਾਜ ਨੂੰ ਕੀ ਪਤਾ ਨਹੀਂ ਹੈ ਕਿ ਡਰੱਗਸ ਮਾੜੀਆਂ ਨੇ, ਫਿਰ ਵੀ ਸਾਰੇ ਲੈ ਰਹੇ ਨੇ। ਵੀ ਸ਼ਰਾਬ ਨਾਲ ਜਿਗਰ ਫੇਲ ਹੁੰਦਾ, ਸਾਰੇ ਲੈ ਰਹੇ ਨੇ। ਪਤਾ ਜੇ ਕਿ ਬਲਾਤਕਾਰ ਮਾੜੀ ਗੱਲ ਹੈ, ਕਿ ਬਲਾਤਕਾਰ ਰੁਕ ਗਏ ਨੇ। ਸਾਨੂੰ ਸਭ ਨੂੰ ਪਤਾ ਜੇ ਕਿ ਇਹ ਅਸੀਂ ਕਿਸੇ ਦਾ ਮਨ ਦੁਖਾਈਏ ਉਹ ਮਾੜੀ ਗੱਲ ਹੈ, ਤਾਂ ਫਿਰ ਕੀ ਅਸੀਂ ਲੋਕਾਂ ਦਾ ਮਨ ਦੁਖਾਉਣਾ ਬੰਦ ਕਰ ਦਿੱਤਾ? ਹੁਣ ਜੇ ਗੁਰਬਾਣੀ ਵੀ ਇਹੀ ਚੀਜ਼ ਸਾਨੂੰ ਰਾਹ ਦਿਖਾਉਂਦੀ ਜੇ ਕਿ ਅਸੀਂ ਤਾਂ ਜਾਣ ਬੁੱਝ ਕੇ ਖੂਹ ਦੇ ਵਿੱਚ ਡੁੱਬਦੇ ਹਾਂ, ਤੇ ਫਿਰ ਅਸੀਂ ਗੱਲ ਆਖਰ ਕਿਸ ਦੀ ਕਰ ਰਹੇ ਹਾਂ? ਜੇ ਇਹ ਜਾਣਦੇ ਬੁੱਝਦੇ ਸਾਰੇ ਵਰਤਾਰੇ ਕਰੀ ਜਾਵਾਂਗੇ, ਫਿਰ ਕਿਵੇਂ ਭਾਲਦੇ ਹਾਂ ਕਿ ਹੋਰ ਜਿਹੜਾ ਗਲਤ ਹੈ ਠੀਕ ਸਿਰਫ ਮੈਂ ਹੀ ਹਾਂ? ਇਸ ਤਰੀਕੇ ਦਾ ਵਰਤਾਰਾ ਨਹੀਂ ਚੱਲ ਸਕਦਾ। ਜੀ ਜੀ ਬਿਲਕੁਲ। ਤਾਂ ਬਹੁਤ ਹੀ ਵਧੀਆ ਸਲੀਕੇ ਦੇ ਨਾਲ ਮੈਮ ਅੱਜ ਤੁਸੀਂ ਦਰਸ਼ਕਾਂ ਨੂੰ ਸਮਝਾਇਆ ਕਿ ਆਖਿਰਕਾਰ ਜਿਸ ਚੀਜ਼ਾਂ ਦਾ ਅਸੀਂ ਹਊਆ ਬਣਾਇਆ ਹੋਇਆ, ਜਿਹੜੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਸਾਨੂੰ ਲੱਗਦਾ ਵੀ ਇਹ ਤਾਂ ਪਤਾ ਨਹੀਂ ਅੱਜ ਕੱਲ੍ਹ ਮਾਡਰਨ ਜ਼ਮਾਨਾ ਹੋ ਗਿਆ, ਜਾਂ ਫਿਰ ਅਸੀਂ ਕਈ ਵਾਰੀ ਅਸੀਂ ਜਿਹੜਾ ਦੋਸ਼ ਹੈ ਉਹ ਪੱਛਮੀ ਸੱਭਿਅਤਾ ਨੂੰ ਦੇ ਦਿੰਦੇ ਆ ਵੀ ਪੱਛਮੀ ਸੱਭਿਅਤਾ ਦਾ ਪ੍ਰਭਾਵ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜ਼ਿਆਦਾ ਵੱਧ ਰਿਹਾ, ਜਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਇੱਦਾਂ ਦੇ ਕੱਪੜੇ ਪਾਉਂਦੇ ਨੇ, ਜਾਂ ਜ਼ਿਆਦਾ ਮਾਂ-ਬਾਪ ਨੇ ਘਰਾਂ 'ਚ ਖੁੱਲ੍ਹੇ ਛੱਡੇ ਹੋਏ ਨੇ, ਜਿਸ ਦੇ ਕਾਰਨ ਸਮਾਜ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ ਨੇ। ਪਰ ਉਹੀ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਇਹ ਸਭ ਕੁਝ ਅੱਜ ਦਾ ਨਹੀਂ ਚੱਲ ਰਿਹਾ, ਇਹ ਸਭ ਕੁਝ ਸਦੀਆਂ ਪੁਰਾਣਾ ਚੱਲ ਰਿਹਾ ਹੈ। ਇਹ ਇੱਕ ਆਪਾਂ ਕਹਿੰਦੇ ਕਿ ਕਿਤਾਬਾਂ ਦੇ ਵਿੱਚ ਇਸ ਨੂੰ ਪੜ੍ਹ ਸਕਦੇ ਹੋ, ਜਿਸ ਤੇ ਜਿਹੜੀਆਂ ਚੀਜ਼ਾਂ ਤੇ ਖੋਜਾਂ ਹੋ ਚੁੱਕੀਆਂ ਨੇ ਕਿ ਕਿਵੇਂ ਕਿਹੜੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਸਾਹਮਣੇ। ਤਾਂ ਅਜਿਹੀਆਂ ਚੀਜ਼ਾਂ ਜਿਸ ਨੂੰ ਆਪਾਂ ਕਹਿ ਸਕਦੇ ਕਿ ਜਿਵੇਂ ਕਿ ਮੈਮ ਨੇ ਬਹੁਤ ਸਾਰੀਆਂ ਐਗਜ਼ਾਮਪਲਸ ਦਿੱਤੀਆਂ, ਘਰਾਂ ਦੇ ਵਿੱਚ ਕੀ ਕੁਝ ਚੱਲ ਰਿਹਾ, ਕਿਸ ਹਿਸਾਬ ਦੇ ਨਾਲ ਕੁੜੀਆਂ ਦੀ ਤਸ਼ੱਦਦ ਕੀਤੇ ਜਾ ਰਹੇ ਨੇ, ਕਿਸ ਤਰੀਕੇ ਦੇ ਨਾਲ
ਇੱਕ ਜਿਹੜਾ ਵਿਵਾਹਿਕ ਜੀਵਨ ਹੈ ਉਹ ਵੀ ਸੁਖਦਮਈ ਢੰਗ ਦੇ ਨਾਲ ਨਹੀਂ ਚੱਲਦਾ। ਉਸ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ, ਭਾਵੇਂ ਉਹਨਾਂ ਦੇ ਵਿੱਚ ਕਲੇਸ਼ ਹੋਵੇ, ਭਾਵੇਂ ਉਸ ਦੇ ਵਿੱਚ ਆਪਸੀ ਸੰਬੰਧਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋਣ, ਭਾਵੇਂ ਬਾਹਰ ਦੇ ਸੰਬੰਧਾਂ ਨੂੰ ਲੈ ਕੇ ਗੱਲਾਂ ਹੋਣ, ਪਰ ਜਦੋਂ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਉਹਨਾਂ ਤੇ ਗੱਲਬਾਤ ਕਰਨੀ ਬਣਦੀ ਆ। ਤਾਂ ਸਮਾਂ ਮੈਮ ਸਾਡੇ ਕੋਲੇ 7 ਤੋਂ 8 ਮਿੰਟ ਦਾ ਬਾਕੀ ਬਚਿਆ ਹੈ। ਦਰਸ਼ਕਾਂ ਨੂੰ ਹਲੇ ਵੀ ਬਹੁਤ ਕੁਝ ਸਮਝਾਉਣ ਦੀ ਜ਼ਰੂਰਤ ਹੈ ਕਿ ਅਜਿਹੀਆਂ ਖਬਰਾਂ ਨੂੰ ਜਿਹੜੀਆਂ ਨੇ ਉਹ ਆਪਾਂ ਬਾਰ-ਬਾਰ ਮੈਂ ਹਊਆ ਸ਼ਬਦ ਇਸ ਲਈ ਯੂਜ਼ ਕਰ ਰਹੀ ਹਾਂ ਕਿ ਜਦੋਂ ਤੋਂ ਇਹ ਕਾਫੀ 15-20 ਦਿਨਾਂ ਤੋਂ ਜਦੋਂ ਤੋਂ ਇਹ ਖਬਰਾਂ ਜੀ ਆਉਣੀਆਂ ਸ਼ੁਰੂ ਹੋਈਆਂ ਨੇ, ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ, ਤਾਂ ਲੋਕ ਪੁੱਛਦੇ ਨੇ ਕਿ ਮੰਦਿਰ ਕਿੱਥੇ ਹੈ। ਲੋਕ ਕਹਿੰਦੇ ਨੇ ਵੀ ਅੱਛਾ ਇਹ ਕੋਈ ਇਤਿਹਾਸਿਕ ਜਗ੍ਹਾ ਹੈ, ਅਸੀਂ ਵੀ ਇੱਥੇ ਜਾ ਕੇ ਦੇਖ ਕੇ ਆਈਏ। ਤਾਂ ਬਹੁਤ ਸਾਰੇ ਨੌਜਵਾਨ ਯੂਥ ਹੈ ਜਿਹੜਾ ਦੇਖਦਾ ਵੀ ਅੱਛਾ ਜੇ ਕੋਈ ਤਸਵੀਰ ਅਸੀਂ ਨਾਰਮਲੀ ਫੋਨ ਤੇ ਵੇਖ ਲਈਏ ਤਾਂ ਸਾਡੇ ਘਰ ਦੇ ਸਾਡੇ ਮੰਗਰ ਪੈ ਜਾਂਦੇ ਨੇ। ਤਾਂ ਇਹ ਆਖਿਰਕਾਰ ਕੌਣ ਹੋਏਗਾ ਜਿਨ੍ਹਾਂ ਨੇ ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਉਹ ਇਤਿਹਾਸਿਕ ਕਰਾਰ ਦਿੱਤੀਆਂ, ਉਹ ਤਸਵੀਰਾਂ ਜਿਸ ਨੂੰ ਵੇਖ ਕੇ ਵੀ ਸ਼ਰਮ ਆਉਂਦੀ ਹੈ ਵੀ ਕਿਸ ਹਿਸਾਬ ਦੀਆਂ ਉਹ ਤਸਵੀਰਾਂ ਨੇ। ਸਭ ਨੇ ਸੋਸ਼ਲ ਮੀਡੀਆ ਤੇ ਦੇਖੀਆਂ ਹੋਣਗੀਆਂ ਕਿ ਉਹ ਤਸਵੀਰਾਂ ਉਸ ਟਾਈਮ ਤੇ ਖੁਦਵਾਈਆਂ ਗਈਆਂ। ਤਾਂ ਮੈਮ ਨੇ ਜ਼ਿਕਰ ਕੀਤਾ ਪਟਿਆਲਾ ਸ਼ਹਿਰ ਦਾ, ਤਾਂ ਬਹੁਤ ਸਾਰੇ ਲੋਕ ਨੇ ਜੋ ਪਟਿਆਲੇ ਰਹਿੰਦੇ ਹੋਣਗੇ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਤਾਲੁਕ ਪਟਿਆਲਾ ਦੇ ਨਾਲ ਹੋਏਗਾ, ਤਾਂ ਕਿਲੇ ਨੂੰ ਵੀ ਸਾਰੇ ਜਾਣਦੇ ਹੋਣਗੇ। ਪਰ ਪਹਿਲਾਂ ਕਿਸ ਹਿਸਾਬ ਦੇ ਨਾਲ ਕਿਲੇ ਦੇ ਅੰਦਰ ਐਂਟਰੀ ਕਰਦੇ ਸੀ, ਕੀ ਕੁਝ ਉਹਦੇ ਬਾਰੇ ਸੋਚਦੇ ਸੀ, ਪਰ ਜਦੋਂ ਤੋਂ ਇਹ ਨਵੇਕਲੀ ਚੀਜ਼ ਮਿਲੀ ਹੈ ਕਿ ਅੱਛਾ ਪਟਿਆਲੇ ਦੇ ਵਿੱਚ ਵੀ ਸਭ ਕੁਝ ਹੁੰਦਾ ਸੀਗਾ, ਤਾਂ ਵਾਕਿਆ ਹੀ ਅੱਜ ਸਾਰੇ ਜਾਣੇ ਇਸ ਗੱਲ ਨੂੰ ਸਰਚ ਜ਼ਰੂਰ ਕਰਨਗੇ। ਕਿਉਂਕਿ ਹੁਣ ਤੱਕ ਉਹ ਜਿਹੜੀਆਂ ਖਿੜਕੀਆਂ ਦਾ ਮੈਮ ਨੇ ਜ਼ਿਕਰ ਕੀਤਾ, ਖਿੜਕੀਆਂ ਤਾਂ ਸਭ ਦੇ ਜ਼ਿਹਨ ਦੇ ਵਿੱਚ ਘੁੰਮ ਗਈਆਂ ਨੇ। ਤਾਂ ਮੈਨੂੰ ਲੱਗਦਾ ਇਤਿਹਾਸ ਨੂੰ ਫਰੋਲਣਾ ਬੇਹੱਦ ਜ਼ਰੂਰੀ ਹੈ, ਜਿਸ ਨੂੰ ਅਸੀਂ ਅੱਖਾਂ ਉੱਲੀਆਂ ਕਰ ਦਿੰਦੇ ਹਾਂ। ਬਹੁਤ ਸਾਰੀਆਂ ਪੜ੍ਹਾਈਆਂ ਸਾਨੂੰ ਸਕੂਲਾਂ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਨੇ, ਪਰ ਅਜਿਹੀਆਂ ਉਹ ਚੀਜ਼ਾਂ ਜੋ ਸਾਨੂੰ ਸਕੂਲਾਂ ਦੇ ਵਿੱਚ ਤਾਂ ਨਹੀਂ ਪੜ੍ਹਾਈਆਂ ਜਾਂਦੀਆਂ, ਅਜਿਹਾ ਜੋ ਇਤਿਹਾਸ ਹੈ ਜੋ ਇੱਕ ਥਾਂ ਤੇ ਦੱਬਿਆ ਹੋਇਆ, ਜਿਨ੍ਹਾਂ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਅਸੀਂ ਕਹਿੰਦੇ ਆ ਵੀ ਚਲੋ ਪੜ੍ਹ ਲਿਖ ਜਾਈਏ, ਆਪਣਾ ਕੈਰੀਅਰ ਬਣਾ ਲਈਏ, ਅਸੀਂ ਦੁਨੀਆਦਾਰੀ ਤੋਂ ਕੀ ਲੈਣਾ, ਅਸੀਂ ਸਮਾਜ ਤੋਂ ਕੀ ਲੈਣਾ, ਬਸ ਸਾਡਾ ਸਭ ਕੁਝ ਮਤਲਬ ਕਿ ਨਿਵੇਕਲਾ ਹੋਣਾ ਚਾਹੀਦਾ ਤੇ ਸਾਡਾ ਸਭ ਕੁਝ ਸੁਰੱਖਿਅਤ ਹੋਣਾ ਚਾਹੀਦਾ। ਪਰ ਅਜਿਹੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਵਾਕਿਆ ਹੀ ਸਾਨੂੰ ਇਤਿਹਾਸ ਫਰੋਲਣ ਦੀ ਜ਼ਰੂਰਤ ਹੈ। ਸਾਨੂੰ ਵੇਖਣ ਦੀ ਜ਼ਰੂਰਤ ਹੈ ਕਿ ਸਾਡੇ ਆਸੇ-ਪਾਸੇ ਕੀ ਚੱਲ ਰਿਹਾ ਹੈ, ਜਿੱਥੇ ਅਸੀਂ ਰਹਿ ਰਹੇ ਹਾਂ ਉਹ ਏਰੀਆ ਪਹਿਲਾਂ ਕਿਹੋ ਜਿਹਾ ਸੀਗਾ, ਕਿ ਵਾਕਿਆ ਹੀ ਜੋ ਸਿਚੁਏਸ਼ਨ ਅੱਜ ਹੈ ਉਹ ਪਹਿਲਾਂ ਵੀ ਹੁੰਦੀ ਸੀ। ਸੋ ਬਹੁਤ ਸਾਰੇ ਸਵਾਲ ਜਿਸ ਹਿਸਾਬ ਦੇ ਮੇਰੇ ਮਨ ਦੇ ਵਿੱਚ ਹੋਰ ਪੁੰਗਰ ਰਹੇ ਨੇ, ਉਹ ਜੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਵੀ ਪੁੰਗਰ ਰਹੇ ਹੋਣਗੇ। ਸੋ ਮੈਮ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਨਵਦੀਪ ਜੀ, ਜੇ ਮੈਂ ਤੁਹਾਨੂੰ ਇੱਕ ਕਮਰੇ ਦੇ ਵਿੱਚ ਲਿਜਾ ਕੇ ਕਹਾਂ ਕਿ ਸਾਰਾ ਕਮਰਾ ਚੰਗੀ ਤਰ੍ਹਾਂ ਫਰੋਲ ਲਿਓ, ਬਸ ਆ ਇੱਕ ਜਿਹੜੀ ਵਿਚਕਾਰ ਡੱਬੀ ਪਈ ਹੈ ਨਾ, ਇਹਨੂੰ ਹੱਥ ਨਹੀਂ ਲਾਣਾ। ਤੋ ਉਸ ਬੰਦ ਡੱਬੀ ਵਿੱਚ ਕੀ ਜੇ ਮੈਂ ਤੁਹਾਨੂੰ ਨਹੀਂ ਦੱਸਣਾ ਤਾਂ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ, ਜੋ ਕਿ ਵੱਡੇ ਵੱਡੇ ਸਾਇੰਟਿਸਟ ਨਾਲ ਇਹ ਕੀਤੀ ਜਾ ਚੁੱਕੀ, ਬੜੇ ਜੇ ਨਾਮੀ ਸਾਇੰਟਿਸਟ ਨਾਲ ਵੀ ਇਹੀ ਵਰਤਾਰਾ ਕਰਕੇ ਦੇਖਿਆ ਜਾ ਚੁੱਕਿਆ, ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਚੋਂ ਇੱਕ ਵੀ ਅਜਿਹਾ ਨਹੀਂ ਸੀ। ਚੋਟੀ ਦੇ ਮੈਂ ਸਾਇੰਟਿਸਟ ਦੀ ਗੱਲ ਕਰ ਰਹੀ ਹਾਂ, ਜਿਨ੍ਹਾਂ ਚੋਂ ਕੁਝ ਨੋਬੈਲ ਪ੍ਰਾਈਜ਼ ਵੀ ਜਿਨ੍ਹਾਂ ਨੇ ਹਾਸਲ ਕੀਤਾ ਹੋਇਆ। ਉਹਨਾਂ ਨੂੰ ਇਹੋ ਗੱਲ ਕਹੀ ਵੀ ਕਮਰੇ 'ਚ ਬੈਠੋ, ਬੜੀ ਤੁਹਾਡੀ ਇੱਜ਼ਤ ਕੀਤੀ ਜਾਣੀ ਜੇ, ਬਸ ਇੱਕ ਡੱਬੀ ਵੱਲ ਨਾ ਧਿਆਨ ਕਰਿਓ। ਕੈਮਰੇ ਲੱਗੇ ਸਨ, ਦੇਖਿਆ ਗਿਆ ਕਿ ਕਿਸੇ ਨੇ ਆਲੇ ਦੁਆਲੇ ਨਹੀਂ ਝਾਤ ਮਾਰੀ, ਸਿਰਫ ਤੇ ਸਿਰਫ ਡੱਬੀ ਤੇ ਨਜ਼ਰ ਟਿਕਾਈ ਰੱਖੀ ਕਿ ਆਖਰ ਇਸ 'ਚ ਕੀ ਹੈ। ਇਨ ਬਿਨ ਇਹੋ ਵਰਤਾਰਾ ਜੇ ਜਦੋਂ ਅਸੀਂ ਗੱਲ ਕੀਤੀ ਜਾਂਦੀ ਜੇ ਸਰੀਰਕ ਸੰਬੰਧਾਂ ਦੀ, ਇੱਕ ਹਊਆ ਬਣਾ ਕੇ ਪੇਸ਼ ਕਰ ਦਿੱਤਾ, ਜਿਹਦਾ ਨਤੀਜਾ ਜੇ ਅੱਜ ਸਾਨੂੰ ਖਬਰਾਂ ਪੜ੍ਹਨੀਆਂ ਪੈਂਦੀਆਂ ਜੇ ਇੱਕ ਸਕੇ ਪੁੱਤਰ ਨੇ ਆਪਣੀ ਮਾਂ ਦਾ ਬਲਾਤਕਾਰ ਕੀਤਾ ਸ਼ਰਮ ਨਾਲ, ਉਦੋਂ ਸਿਰ ਨੀਵਾਂ ਹੋਣ ਦੀ ਲੋੜ ਹੁੰਦੀ ਜੇ। ਬਤੌਰ ਇੱਕ ਡਾਕਟਰ, ਬਤੌਰ ਇੱਕ ਮਾਂ, ਬਤੌਰ ਇੱਕ ਔਰਤ ਦੱਸ ਰਹੀ ਹਾਂ ਕਿ ਦੁਨੀਆ ਭਰ ਵਿੱਚ ਇਹ ਇਸ ਵੇਲੇ ਕੀਤਾ ਜਾ ਚੁੱਕਿਆ। ਸਰੀਰਕ ਜਾਣਕਾਰੀ ਦੇਣੀ ਬੱਚਿਆਂ ਲਈ ਲਾਜ਼ਮੀ ਕਰ ਦਿੱਤੀ ਗਈ ਹੈ, ਜਿੱਥੇ ਉਹੀ ਡੱਬੀ ਵਾਲਾ ਚੱਕਰ ਨਾ ਰਹੇ ਕਿ ਮੈਂ ਦੂਸਰੇ ਦੇ ਸਰੀਰ ਅੰਦਰ ਕੀ ਹੈ ਝਾਤ ਮਾਰਨੀ ਹੈ, ਮੈਂ ਉਹਦੇ ਵਿੱਚੋਂ ਲੱਭਣਾ ਜੇ। ਤੇ ਵਰਤਾਰਾ ਸਾਡੇ ਸਾਹਮਣੇ ਜੇ ਕਿ ਅਸੀਂ ਜੋ ਇਸ ਵੇਲੇ ਹਾਲ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਨਾ ਭੈਣ ਨੂੰ ਭਰਾ ਛੱਡ ਸਕਿਆ, ਨਾ ਪਿਓ ਛੱਡ ਸਕਿਆ ਧੀ ਨੂੰ। ਕਾਰਨ ਇਹੋ ਕਿ ਬਚਪਨ ਤੋਂ ਉਹਨਾਂ ਦੇ ਮਨਾਂ ਵਿੱਚ ਇਹੋ ਡੱਬੀ ਦੀ ਜੋ ਗੁੰਝਲ ਅਸੀਂ ਪਾ ਕੇ ਰੱਖ ਦਿੱਤੀ। ਜੇ ਸਕੂਲ ਦੇ ਬੱਚਿਆਂ ਨੂੰ ਕਿਤੇ ਵੀ ਇਹ ਨਹੀਂ ਜ਼ਿਕਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਸਰੀਰਕ ਸੰਬੰਧ ਬਣਾਉਣੇ ਸਿਖਾਣੇ ਨੇ, ਕਦੇ ਵੀ ਇਹ ਗੱਲ ਨਹੀਂ ਕੀਤੀ ਗਈ। ਗੱਲ ਇਹ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਆਪਣੇ ਅੰਗਾਂ ਬਾਰੇ ਪਤਾ ਹੋਣਾ ਚਾਹੀਦਾ, ਸਰੀਰ ਦੇ ਕਿਸ ਅੰਗ ਦੀ ਕੀ ਭੂਮਿਕਾ ਹੁੰਦੀ ਜੇ, ਕਿਵੇਂ ਤੁਸੀਂ ਬਿਮਾਰੀਆਂ ਤੋਂ ਬਚਣਾ। ਜਦੋਂ ਇਹ ਜਾਣਕਾਰੀ ਜੋ ਕਿ ਦੁਨੀਆ ਭਰ 'ਚ ਦਿੱਤੀ ਜਾ ਰਹੀ ਹੈ, ਉਸ ਵਰਤਾਰੇ ਨੂੰ ਜੇ ਅਸੀਂ ਆਪਣੇ ਮੁਲਕ ਵਿੱਚ, ਜੋ ਕਿ ਸਭ ਤੋਂ ਦੁਨੀਆ ਵਿੱਚ ਅਗਾਂਹ ਵਧੂ ਪਹਿਲਾਂ ਗਿਣਿਆ ਜਾ ਚੁੱਕਿਆ ਇਹੀ ਚੀਜ਼ਾਂ ਕਾਰਨ, ਕਿ ਅਸੀਂ ਇਹ ਚੀਜ਼ਾਂ ਨੂੰ ਡੱਬੀ ਵਿੱਚ ਨਹੀਂ ਸੀ ਲੁਕੋਇਆ, ਦੱਸਿਆ ਸੀ ਇਸ ਵਰਤਾਰੇ ਨੂੰ ਕਿ ਸਰੀਰ ਕਿਸੇ ਦਾ ਦੂਸਰੇ ਸਰੀਰ ਤੋਂ ਕਿਉਂ ਵਾਖੇ।
ਕਿਉਂ ਦੂਸਰੇ ਦੀ ਇੱਜ਼ਤ ਕਰਨ ਦੀ ਲੋੜ ਏ, ਤੇ ਜੇ ਦੂਜੇ ਨੂੰ ਕਿਸੇ ਚੀਜ਼ ਦੀ ਲੋੜ ਏ ਤਾਂ ਫਿਰ ਉਹ ਅਸੀਂ ਕਿਵੇਂ ਉਹਦੀ ਪੂਰਤੀ ਕਰਨੀ ਏ। ਜੇ ਇੰਨੀਆਂ ਕੁ ਗੱਲਾਂ ਸਰੀਰ ਦੇ ਵੱਖੋ ਵੱਖਰੇ ਅੰਗਾਂ ਦੇ ਕੰਮਕਾਰ, ਉਹਨਾਂ ਦੀ ਸਫਾਈ, ਉਹਨਾਂ ਦੀ ਸਾਂਭ ਸੰਭਾਲ ਦੀ ਅਸੀਂ ਜੇ ਬੱਚਿਆਂ ਨੂੰ ਜਾਣਕਾਰੀ ਦੇ ਦਈਏ ਤਾਂ ਇਹਨਾਂ ਵਰਤਾਰਿਆਂ 'ਚ ਕਮੀ ਹੋਏਗੀ। ਜੇ ਇੰਨੀ ਕੁ ਗੱਲ ਸਮਝ ਆ ਜਾਏ ਕਿ ਵਿਸ਼ਵ ਪੱਧਰ ਤੇ ਸਾਬਤ ਹੋ ਚੁੱਕਿਆ ਇਸ ਚੀਜ਼ ਨਾਲ, ਜੀ ਠੀਕ ਹੋ ਜਾਂਦਾ ਜੇ, ਤਾਂ ਜੀ ਅਸੀਂ ਜੋ ਸਕੂਲਾਂ ਦੇ ਵਿੱਚ ਬੱਚਿਆਂ ਦੇ ਮਨਾਂ ਵਿੱਚ ਇਹ ਤਾੜ ਦਿੱਤਾ ਕਿ ਇਹਦੀ ਗੱਲ ਕਰਨੀ ਵੀ ਗੁਨਾਹ, ਇੱਕ ਬੰਦ ਡੱਬੀ ਹੈ, ਤਾਂ ਤੁਸੀਂ ਵੇਖੋਗੇ, ਮੈਂ ਬਤੌਰ ਬੱਚਿਆਂ ਦੀ ਡਾਕਟਰ ਹੀ ਦੱਸ ਰਹੀ ਹਾਂ ਕਿ 90% ਬੱਚੇ ਸਕੂਲਾਂ 'ਚ ਪੜ੍ਹਦੇ ਆਪਣੇ ਮਾਪਿਆਂ ਤੋਂ ਵੱਖ ਹੋ ਕੇ ਇਹੀ ਸਿਰਫ ਇੱਕ ਗੱਲ ਬਾਰੇ ਹੀ ਪੁੱਛਣ ਆਉਂਦੇ ਨੇ ਕਿ ਹੂੰ ਅਸੀਂ ਬਣਾ ਚੁੱਕੇ ਹਾਂ ਸਰੀਰਕ ਸੰਬੰਧ, ਪਰ ਬਚਾਉਣ ਦਾ ਸਾਨੂੰ ਢੰਗ ਨਹੀਂ ਆਉਂਦਾ। ਉਹ ਤਾਂ ਅਸੀਂ ਸਿੱਖ ਲਿਆ ਜੋ ਵੀ ਕਰਨਾ ਸੀ ਦੋਸਤਾਂ ਮਿੱਤਰਾਂ ਤੋਂ, ਇੰਟਰਨੈਟ ਤੋਂ, ਪਰ ਹੁਣ ਆਹ ਬਿਮਾਰੀ ਹੋਈ ਜੇ, ਦੱਸੋ ਕਿਵੇਂ ਬਚੀਏ। ਤੇ ਮਾਪਿਆਂ ਨੂੰ ਉੱਕਾ ਹੀ ਪਤਾ ਨਹੀਂ ਹੁੰਦਾ। ਸੋ ਇੰਨੀ ਕੁ ਗੱਲ ਜੇ ਅਸੀਂ ਸਮਝ ਆ ਜਾਵੇ ਕਿ ਬੱਚੇ ਉਹ ਕਰ ਚੁੱਕੇ ਨੇ ਜਿਨ੍ਹਾਂ ਬਾਰੇ ਸਾਨੂੰ ਦੂਰ ਦਰੇਡੇ ਦੀ ਵੀ ਜਾਣਕਾਰੀ ਨਹੀਂ, ਪਰ ਉਹਨਾਂ ਨੂੰ ਅਸੀਂ ਬਚਣ ਦਾ ਢੰਗ ਨਹੀਂ ਸਿਖਾਇਆ, ਬਿਮਾਰੀਆਂ ਤੋਂ ਬਚਣ ਦਾ ਢੰਗ। ਤੇ ਜੇ ਇਹੀ ਚੀਜ਼ ਪੜ੍ਹਾ ਦਿੱਤੀ ਗਈ ਹੁੰਦੀ ਕਿ ਇੱਕ ਯੂਟਰਸ ਹੁੰਦਾ ਹੈ ਭਾਈ, ਇੱਥੋਂ ਹੀ ਉਤਪਤੀ ਹੋਣੀ ਹੈ ਜ਼ਿੰਦਗੀ ਦੀ, ਕਈ ਇਸ ਤਰੀਕੇ ਓਵਰੀਜ਼ ਦਾ ਕੰਮ ਹੁੰਦਾ ਹੈ, ਇਸੇ ਤਰੀਕੇ ਟੈਸਟਿਸ ਦਾ ਕੰਮ ਇਹ ਹੁੰਦਾ ਹੈ। ਜੇ ਇੰਨੀ ਕੁ ਗੱਲ ਹੀ ਸਮਝ ਹੋ ਜਾਵੇ ਤਾਂ ਕੋਈ ਗੁਨਾਹ ਨਹੀਂ ਹੁੰਦਾ, ਪਰ ਘੱਟੋ ਘੱਟ ਇਹਨਾਂ ਵਰਤਾਰਿਆਂ 'ਚ ਕਮੀ ਜ਼ਰੂਰ ਦੇਖੀ ਜਾ ਸਕਦੀ ਹੈ ਜੋ ਉਹ ਆਪਣੇ ਦੋਸਤਾਂ ਮਿੱਤਰਾਂ ਤੋਂ ਅੱਧ ਪਚੱਧ ਜਾਣਕਾਰੀ ਲੈ ਕੇ ਗਲਤ ਢੰਗ ਨਾਲ ਉਹੀ ਕਰੀ ਜਾ ਰਹੇ ਨੇ। ਤੇ ਜੇ ਸਹੀ ਢੰਗ ਨਾਲ ਕਲਾਸ ਵਿੱਚ ਪੜ੍ਹਾ ਦਿੱਤਾ ਜਾਏ, ਜਿੱਥੇ ਪਿਓ ਆਪਣੇ ਹੀ ਪੁੱਤਰ ਦਾ ਦੋਸਤ ਬਣ ਕੇ ਦੱਸੇ, ਇਸੇ ਤਰ੍ਹਾਂ ਮਾਂ ਆਪਣੀ ਧੀ ਦੀ ਸਹੇਲੀ ਬਣ ਕੇ ਜੇ ਉਹ ਕੁਝ ਕਰ ਸਕੇ, ਤਾਂ ਬਹੁਤ ਕੁਝ ਇਹਨਾਂ ਬੇਟੀਆਂ ਦੇ ਮਨਾਂ ਵਿੱਚ ਜਾਂ ਬੇਟਿਆਂ ਦੇ ਮਨਾਂ ਵਿੱਚ ਜੋ ਲੁਕਿਆ ਪਿਆ, ਉਹ ਵਰਤਾਰੇ ਗਲਤ ਸਹੀ ਰਾਹ ਵਿੱਚ ਪਾਏ ਜਾ ਸਕਦੇ ਨੇ। ਉਹਨਾਂ ਨੂੰ ਦੱਸਿਆ ਜਾ ਸਕਦਾ ਹੈ ਕਿ ਤੁਹਾਡਾ ਜ਼ਿੰਦਗੀ ਦਾ ਏਮ ਕੁਝ ਹੋਰ ਏ, ਇਹ ਤਾਂ ਤੁਹਾਡੇ ਨਾਲ ਤੁਰਦਾ ਹੀ ਰਹਿਣਾ ਜੇ, ਪਰ ਜੇ ਤੁਸੀਂ ਪਹਿਲਾਂ ਏਮ ਉਹ ਲਓ, ਆਪਣੀ ਜ਼ਿੰਦਗੀ ਦੇ ਉਸ ਹਿੱਸੇ ਤੱਕ ਪਹੁੰਚੋ ਜਿੱਥੇ ਤੁਸੀਂ ਕੁਝ ਅਚੀਵ ਕਰ ਸਕੇ ਹੋਵੋ, ਜੀ ਫਿਰ ਇਹ ਤਾਂ ਕੋਈ ਗੱਲ ਨਹੀਂ, ਇਹ ਤਾਂ ਜ਼ਿੰਦਗੀ ਸਾਰੀ ਪਈ ਹੈ, ਚੱਲ ਸਕਦਾ ਨਾਲੋਂ ਨਾਲ, ਤਾਂ ਅਸੀਂ ਉਹਨਾਂ ਨੂੰ ਸਹੀ ਸਗੋਂ ਰਾਹ ਦਿਖਾ ਸਕਾਂਗੇ। ਇਹ ਅੱਜ ਦੇ ਸਮੇਂ ਦੀ ਲੋੜ ਹੈ। ਜੀ ਜੀ ਬਹੁਤ ਬਹੁਤ ਧੰਨਵਾਦ ਮੈਮ ਕਿ ਬਹੁਤ ਹੀ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਮੈਂ ਅਕਸਰ ਦਰਸ਼ਕਾਂ ਨੂੰ ਇਹੀ ਕਹਿੰਦੀ ਹੁੰਦੀ ਆ ਕਿ ਡਾਕਟਰ ਹਰਸ਼ਿੰਦਰ ਕੌਰ ਨਾਲ ਇੱਕ ਐਸਾ ਰਿਸ਼ਤਾ, ਇੱਕ ਐਸਾ ਨਾਤਾ ਬਣ ਗਿਆ ਹੈ ਜਿਨ੍ਹਾਂ ਤੋਂ ਅਸੀਂ ਬਹੁਤ ਹੀ ਬਾਖੂਬੀ ਢੰਗ ਦੇ ਨਾਲ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਲੈ ਲੈਂਦੇ ਆ ਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਹ ਸਭ ਕੁਝ ਬਿਆਨ ਕਰਦੇ ਨੇ। ਤਾਂ ਬਹੁਤ ਹੀ ਵਧੀਆ ਲੱਗਦਾ ਕਿ ਜਦੋਂ ਬੇਬਾਕੀ ਦੇ ਨਾਲ ਹਰ ਗੱਲ ਨੂੰ ਦਰਸ਼ਕਾਂ ਦੇ ਸਾਹਮਣੇ ਰੱਖਦੇ ਨੇ ਇਸ ਮੰਚ ਤੋਂ। ਤਾਂ ਬਹੁਤ ਸਾਰੇ ਤੁਹਾਡੇ ਹੋਰ ਵੀ ਸਵਾਲ ਹੋਣਗੇ ਇਸ ਟੌਪਿਕ ਨੂੰ ਲੈ ਕੇ, ਕੁਝ ਹੋਰ ਟੌਪਿਕਸ ਨੂੰ ਲੈ ਕੇ, ਤਾਂ ਮੈਂ ਅਕਸਰ ਤੁਹਾਨੂੰ ਬੇਨਤੀ ਕਰਦੀ ਹੁੰਦੀ ਹਾਂ ਕਿ ਫੇਸਬੁੱਕ ਔਰ YouTube ਤੇ ਅਸੀਂ ਇਸ ਪ੍ਰੋਗਰਾਮ ਨੂੰ ਅਪਲੋਡ ਕਰਦੇ ਹਾਂ, ਤਾਂ ਬਹੁਤ ਸਾਰੇ ਸੁਨੇਹੇ ਤੁਹਾਡੇ ਉੱਥੇ ਸਾਨੂੰ ਮਿਲਦੇ ਨੇ। ਤਾਂ ਹੋਰ ਵੀ ਕੁਝ ਤੁਹਾਡੇ ਮਨ ਦੇ ਵਿੱਚ ਹੁੰਦਾ, ਕੋਈ ਵਿਚਾਰ ਹੁੰਦਾ, ਕੋਈ ਟੌਪਿਕ ਹੋਰ ਹੁੰਦਾ ਜਿਸ ਤੇ ਲੱਗਦਾ ਵੀ ਗੱਲਬਾਤ ਡਾਕਟਰ ਸਾਹਿਬ ਨਾਲ ਕਰਨੀ ਬਣਦੀ ਹੈ, ਤਾਂ ਤੁਸੀਂ ਉਹ ਵੀ ਸਾਡੇ ਤੱਕ ਜ਼ਰੂਰ ਪਹੁੰਚਾਇਆ ਕਰੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੀ ਜੀ, ਮਿਲਾਂਗੇ ਆਪਾਂ ਅਗਲੇ ਹਫਤੇ ਵੀ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਤੋਂ ਇਜਾਜ਼ਤ, ਸਤਿ ਸ਼੍ਰੀ ਅਕਾਲ।